परम सम्मान जो गुरु प्यारिओ, वाहिगुरु जी का खालसा, वाहिगुरु जी की फतेह। सिख मिशनरी कॉलेज लुधियाना वालों SMC गुरमत क्लास USA आप सारिਆਂ ਨੂੰ ਜੀ ਆਇਆਂ, ਆਪ ਸਾਰਿਆਂ ਦਾ ਸਵਾਗਤ। ਅੱਜ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਸਥਾਨ ਨਨਕਾਣਾ ਸਾਹਿਬ ਤੇ ਹੋਏ ਸ਼ਹੀਦੀ ਸਾਕੇ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕਰ ਰਹੇ ਹਾਂ। ਇਤਿਹਾਸ ਕੌਮਾਂ ਦੀ ਜਿੰਦ ਜਾਨ ਹੁੰਦੇ ਹਨ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਤੋਂ ਦੂਰ ਚਲੀਆਂ ਜਾਂਦੀਆਂ ਹਨ, ਉਹ ਕੌਮਾਂ ਸੰਸਾਰ ਦੇ ਵਿੱਚ ਆਪਣਾ ਨਾਮੋ ਨਿਸ਼ਾਨ ਮਿਟਾ ਲੈਂਦੀਆਂ। ਉਹ ਇਤਿਹਾਸ ਜਿਸ ਇਤਿਹਾਸ ਨਾਲ ਸਾਡਾ ਵਿਰਸੇ ਦੇ ਵਿੱਚ ਮਾਣ ਕਰਨ ਦਾ ਸਾਨੂੰ ਸਮਾਂ ਮਿਲੇ, ਉਹ ਇਤਿਹਾਸ ਤਾਂ ਕਦੀ ਵੀ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਇਹ ਇਤਿਹਾਸ ਇੱਕ ਐਸਾ ਇਤਿਹਾਸ ਹੈ ਨਨਕਾਣਾ ਸਾਹਿਬ ਦਾ, ਜਦੋਂ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਕਿਵੇਂ ਹੋ ਸਕਦਾ ਹੈ ਕੋਈ ਦੇਗਾਂ ਵਿੱਚ ਉਬਲ ਗਿਆ ਹੋਵੇ, ਇਹ ਕਿਵੇਂ ਹੋ ਸਕਦਾ ਹੈ ਕੁਆਰੇ ਨਾਲ ਚਿਰਾ ਜਿਹਨੂੰ ਚੀਰ ਦਿੱਤਾ ਗਿਆ ਹੋਵੇ, ਰੰਬੀਆਂ ਨਾਲ ਖੋਪਰੀਆਂ ਲਾਹ ਦਿੱਤੀਆਂ ਗਈਆਂ ਹੋਣ, ਨੀਹਾਂ ਵਿੱਚ ਖੜੇ ਹੋ ਜਾਣਾ, ਬੰਦ ਕੱਟੇ ਜਾਣਾ। ਇਹ ਐਵੇਂ ਇਤਿਹਾਸਕ ਜਿਹੀਆਂ ਗੱਲਾਂ ਜਾਪਦੀਆਂ ਹਨ। ਲੋਕਾਂ ਦੇ ਅੰਦਰ ਦੰਦ ਕਥਾ ਇਸ ਤਰ੍ਹਾਂ ਦੀ ਚੱਲਦੀ ਸੀ। ਉਸ ਸਮੇਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਸਥਾਨ ਦੇ ਉੱਤੇ ਇੱਕ ਐਸਾ ਸਾਕਾ ਵਾਪਰਿਆ ਜਿਸ ਨੇ ਕੇਵਲ ਸਿੱਖ ਜਗਤ ਨੂੰ ਹੀ ਨਹੀਂ, ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਉਹ ਸਾਕੇ ਦੇ ਵਿੱਚ ਅਸਲ ਵਿੱਚ ਗੁਰੂ ਕੇ ਪਿਆਰਿਆਂ ਦਾ ਸਿਦਕ ਸੀ, ਭਰੋਸਾ ਸੀ। ਉਪਰੀ ਨਜ਼ਰ ਨਾਲ ਦੇਖਣ ਨੂੰ ਤਾਂ ਕੇਵਲ ਉਹ ਗੁਰਦੁਆਰੇ ਦਾ ਕਬਜ਼ਾ ਹੀ ਲੱਗਦਾ ਹੈ, ਪਰ ਪਿੱਛੇ ਉਹਦੇ ਜੋ ਹੋਰ ਭਾਵਨਾ ਸੀ ਉਹ ਕਬਜ਼ਾ ਨਹੀਂ ਸੀ, ਉਹ ਸਿੱਖੀ ਸਿਧਾਂਤਾਂ ਨੂੰ ਸੰਸਾਰ ਤੱਕ ਪਹੁੰਚਾਉਣ ਦਾ ਕੰਮ ਸੀ। ਇਸ ਸਾਕੇ ਦਾ ਅਸੀਂ ਹਰ ਸਾਲ ਹੀ ਤਕਰੀਬਨ ਜ਼ਿਕਰ ਕਰਦੇ ਹਾਂ। ਇਹਨਾਂ ਘਟਨਾਵਾਂ ਦਾ ਜ਼ਿਕਰ ਕਿਉਂ ਕਰਦੇ ਹਾਂ? ਕਿਉਂਕਿ ਇਤਿਹਾਸ ਆਪ ਨਹੀਂ ਬੋਲਦਾ, ਇਤਿਹਾਸ ਨੂੰ ਬੋਲ ਕੇ ਸੁਣਾਇਆ ਜਾਂਦਾ ਹੈ। ਇਤਿਹਾਸ ਪੜ੍ਹੀਏ, ਇਤਿਹਾਸ ਨੂੰ ਜਦੋਂ ਬੋਲ ਕੇ ਸੁਣਾਈਏ ਜਾਂ ਸੁਣੀਏ, ਉਹਦੇ ਵਿੱਚੋਂ ਫਿਰ ਸਾਨੂੰ ਆਪਣੇ ਕੀਤੇ ਹੋਏ ਪੁਰਖਿਆਂ ਦੇ ਉੱਤੇ ਮਾਣ ਜਿਹਾ ਹੋਣ ਲੱਗ ਪੈਂਦਾ ਹੈ। ਇੰਨੀ ਕੁਰਬਾਨੀ, ਇੰਨੀ ਉਹਨਾਂ ਦੇ ਉੱਤੇ ਰੱਬ ਦੀ ਮਿਹਰ ਹੋਵੇਗੀ, ਮੈਂ ਤਾਂ ਇਹ ਕਹਿ ਸਕਦਾ ਵੀ ਉਹ ਜ਼ਾਹਰਾ ਤੌਰ ਤੇ ਦੇਖਣ ਨੂੰ ਤਾਂ ਗੁਰਦੁਆਰਿਆਂ ਦੇ ਕਬਜ਼ਿਆਂ ਦੀ ਖਾਤਰ ਸ਼ਹੀਦੀਆਂ ਪਾ ਗਏ, ਪਰ ਅਸਲ ਵਿੱਚ ਉਹਨਾਂ ਨੇ ਮਿੱਥੀ ਲਿਆ ਸੀ ਕਿ ਅਸੀਂ ਕਾਰ ਗੁਰੂ ਦੀ ਕਰਨੀ ਹੈ, ਗੁਰੂ ਚਰਨਾਂ ਤੋਂ ਆਪਣਾ ਆਪ ਵਾਰਨਾ ਹੈ। ਇਸੇ ਲਗਨ ਨਾਲ ਹੀ ਉਹ ਘਰ ਤੋਂ ਚੱਲ ਕੇ ਆਏ ਤੇ ਸਤਿਗੁਰੂ ਨੇ ਉਹਨਾਂ ਦੀ ਇਹ ਖਾਸ਼ ਵੀ ਪੂਰੀ ਕੀਤੀ। ਜੀਵਤ ਸਾਹਿਬ ਸੇਵਿਓ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖ ਜੀ, ਉਹਨਾਂ ਪਿਆਰਿਆਂ ਦੀ ਜ਼ਿੰਦਗੀ ਸੀ। ਆਓ ਉਸ ਇਤਿਹਾਸ ਨੂੰ ਸਰਵਣ ਕਰੀਏ। ਵੀਰ ਮਨਮੋਹਨ ਸਿੰਘ ਜੀ ਪਾਸੋਂ ਜੋ ਸਾਡੇ ਨਾਲ ਹਾਜ਼ਰ ਹਨ, ਬੇਨਤੀ ਕਰ ਰਿਹਾ ਹਾਂ ਵੀਰ ਮਨਮੋਹਨ ਸਿੰਘ ਜੀ ਨੂੰ, ਉਹ ਇਤਿਹਾਸ ਜਿਹੜਾ ਖੂਨੀ ਪੱਤਰਿਆਂ ਨਾਲ ਰੰਗਿਆ ਹੋਇਆ ਹੈ ਉਹ ਸਾਡਾ ਸਾਂਝਾ ਕਰੋ ਜੀ। ਵੀਰ ਮਨਮੋਹਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਸਾਰੇ ਹੀ ਵਡਭਾਗੀ ਹੋ ਜੋ ਇਸ ਗੁਰਮਤ ਕਲਾਸ ਵਿੱਚ ਹਾਜ਼ਰੀ ਭਰ ਕੇ ਆਪਣੇ ਜੀਵਨ ਦਾ ਕੁਝ ਕੁ ਸਮਾਂ ਜੋ ਹੈ ਲਾਹੇ ਵਿੱਚ ਲਾ ਰਹੇ ਹੋ। ਜਿਵੇਂ ਕਿ ਆਪ ਜੀ ਨੂੰ ਵੀਰ ਜੀ ਨੇ ਸ਼ੁਰੂ ਦੇ ਵਿੱਚ ਹੀ ਦੱਸ ਦਿੱਤਾ ਕਿ ਜੋ ਸ਼ਹਾਦਤਾਂ ਨੇ ਉਹ ਕੌਮਾਂ ਦੀਆਂ ਜਿੰਦ ਜਾਨ ਹੋਇਆ ਕਰਦੀਆਂ ਹਨ। ਜਿਨ੍ਹਾਂ ਕੌਮਾਂ ਦੇ ਕੋਲ ਅਣਖੀ ਸੂਰਬੀਰ ਯੋਧੇ ਹੁੰਦੇ ਹਨ, ਉਹ ਹਮੇਸ਼ਾ ਆਪਣੇ ਵਿਰਸੇ ਨੂੰ ਬਚਾਉਣ ਵਾਸਤੇ, ਆਪਣੇ ਮੁਰਸ਼ਦ ਦੀ ਇੱਜ਼ਤ ਪੱਤ ਤੇ ਸਿਧਾਂਤ ਨੂੰ ਬਚਾਉਣ ਵਾਸਤੇ, ਆਪਣੇ ਧਾਰਮਿਕ ਸਥਾਨਾਂ ਦੀ ਆਜ਼ਾਦੀ ਅਤੇ ਰਾਖੀ ਦੇ ਵਾਸਤੇ
ਆਪਣਾ ਸਭ ਕੁਝ ਜੋ ਹੈ ਉਹ ਨਿਛਾਵਰ ਕਰ ਦਿੰਦੇ ਹਨ ਅਤੇ ਫਿਰ ਉਹ ਸਦੀਵੀ ਤੌਰ ਦੇ ਉੱਤੇ ਇਤਿਹਾਸ ਤੇ ਪੰਨਿਆਂ ਦੇ ਅੰਦਰ ਜੀਵਤ ਹੋ ਜਾਂਦੇ ਹਨ, ਜੋ ਆਪਾ ਭਾਵ ਮਿਟਾ ਕੇ ਆਪਣੀ ਕੌਮ ਨੂੰ ਸਮਰਪਿਤ ਹੋ ਕੇ ਆਪਾ ਜੋ ਹੈ ਕੌਮ ਤੋਂ ਵਾਰਦੇ ਹਨ। ਜਦੋਂ ਅਸੀਂ ਸਿੱਖ ਧਰਮ ਦੇ ਇਤਿਹਾਸ ਦੇ ਉੱਤੇ ਝਾਤ ਮਾਰਦੇ ਹਾਂ, ਜਦੋਂ ਤੋਂ ਇਸ ਦਾ ਜਨਮ ਹੋਇਆ ਹੈ, ਸ਼ਾਇਦ ਹੀ ਕੋਈ ਦਿਨ ਹੋਵੇ ਜਾਂ ਇਤਿਹਾਸ ਦਾ ਸ਼ਾਇਦ ਹੀ ਕੋਈ ਪੰਨਾ ਹੋਵੇ ਜਿਸ ਦੇ ਉੱਤੇ ਕੌਮ ਦੇ ਅਣਖੀ ਸੂਰਮਿਆਂ ਦਾ ਜੋ ਇਤਿਹਾਸ ਹੈ, ਸ਼ਹਾਦਤਾਂ ਭਰਿਆ ਲਹੂ ਭਿਜਿਆ ਸਾਨੂੰ ਪੜ੍ਹਨ ਨੂੰ, ਸਾਨੂੰ ਦੇਖਣ ਨੂੰ, ਸਾਨੂੰ ਸੁਣਨ ਨੂੰ ਨਾ ਮਿਲਦਾ ਹੋਵੇ। ਅੱਜ ਜਿਨ੍ਹਾਂ ਸ਼ਹੀਦਾਂ ਦੀ ਗੱਲ ਅਸੀਂ ਕਰਨ ਜਾ ਰਹੇ ਹਾਂ, ਮੇਰੇ ਤੋਂ ਪਹਿਲਾਂ ਬਖੂਬੀ ਸਤਿਕਾਰਯੋਗ ਵੀਰ ਹਰਜੀਤ ਸਿੰਘ ਜੀ, ਚੇਅਰਮੈਨ ਸਿੱਖ ਮਿਸ਼ਨਰੀ ਕਾਲਜ, ਉਹਨਾਂ ਨੇ ਆਪ ਜੀ ਦੇ ਨਾਲ ਸਾਂਝਾ ਕੀਤਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਸਥਾਨ, ਜਿਸ ਨੂੰ ਅਸੀਂ ਜਨਮ ਸਥਾਨ ਵੀ ਕਰਕੇ ਜਾਣਦੇ ਹਾਂ, ਸ਼੍ਰੀ ਨਨਕਾਣਾ ਸਾਹਿਬ ਜੀ ਦੇ ਉਹਨਾਂ ਸ਼ਹੀਦਾਂ ਦੀ ਜੀਵਨ ਚਰਚਾ, ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਜੋ ਹਨ, ਜੋ ਗੁਰਧਾਮਾਂ ਦੀ ਆਜ਼ਾਦੀ ਵਾਸਤੇ ਉਹਨਾਂ ਨੇ ਆਪਾ ਵਾਰਿਆ ਹੈ, ਉਹਦੇ ਬਾਰੇ ਚ ਅਸੀਂ ਵਿਚਾਰ ਕਰਨੀ ਹੈ। ਸਤਿਗੁਰੂ ਬਲ ਬਖਸ਼ਣ, ਆਪ ਜੀ ਅਸੀਸ ਦਿਓ ਕਿ ਅਸੀਂ ਇਤਿਹਾਸ ਤੇ ਉਹਨਾਂ ਪੰਨਿਆਂ ਦੇ ਨਾਲ ਇਨਸਾਫ ਜੋ ਹੈ ਇਸ ਸਮੇਂ ਦੇ ਅੰਦਰ ਕਰ ਸਕੀਏ। ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਧਰਮ ਹੈ ਉਹ ਨਿਰਾਲਾ ਤੇ ਨਿਆਰਾ ਹੈ ਅਤੇ ਇਸ ਦਾ ਵੱਡਾ ਕਾਰਨ ਇਹ ਹੀ ਹੈ ਕਿ ਇਸ ਦੇ ਅੰਦਰ ਜਿੱਥੇ ਸੰਤਗਿਰੀ ਤੇ ਸਿਪਾਹੀਗਿਰੀ ਹੈ, ਅਣਖ ਅਤੇ ਗੈਰਤ ਹੈ, ਜਿੱਥੇ ਇਹਦੇ ਅੰਦਰ ਕੁਰਬਾਨੀ ਦਾ ਜਜ਼ਬਾ ਹੈ, ਇਹ ਹਰ ਬੇਆਸਰੇ ਤੇ ਨਿਆਸਰੇ ਦੀ ਬਾਂਹ ਪਕੜਨ ਵਾਸਤੇ ਤਿਆਰ ਹੈ, ਸੱਚ ਧਰਮ ਦਾ ਰਾਹ ਦੱਸਣ ਵਾਲਾ ਹੈ, ਜਿੱਥੇ ਇਹਦੇ ਕੋਲ ਇਤਨੇ ਚੰਗੇ ਗੁਣ ਹਨ, ਸੇਵਾ, ਸਿਮਰਨ, ਸਚਾਈ, ਸਿਦਕ, ਸੰਜਮ, ਦਇਆ, ਪਰਉਪਕਾਰ ਦੇ, ਉੱਥੇ ਨਾਲ ਹੀ ਇਸ ਨੂੰ ਕੁਚਲਣ ਦੇ ਵਾਸਤੇ ਜੋ ਵੀ ਸੰਸਾਰ ਦੇ ਅੰਦਰ ਫਿਰਕੂ ਤਾਕਤਾਂ ਨੇ ਜਾਂ ਜੋ ਸਰਕਾਰਾਂ ਨੇ, ਉਹ ਸਮੇਂ-ਸਮੇਂ ਸਿਰ ਇਹਨਾਂ ਨੂੰ ਕੁਚਲਣ ਵਾਸਤੇ, ਇਸ ਨੂੰ ਨਸਤੋ ਨਾਬੂਦ ਕਰਨ ਵਾਸਤੇ, ਇਸ ਨੂੰ ਮਲੀਆ ਮੇਟ ਕਰਨ ਵਾਸਤੇ ਹਮੇਸ਼ਾ ਤਤਪਰ ਰਹੀਆਂ ਹਨ ਅਤੇ ਤਤਪਰ ਹਨ। ਸੰਸਾਰ ਦੇ ਅੰਦਰ ਇਹ ਗੱਲ ਆਮ ਕਰਕੇ ਮੰਨੀ ਜਾਂਦੀ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਸਿੱਖ ਧਰਮ ਦੇ ਉੱਚੇ ਵਿਰਸੇ ਅਤੇ ਇਸ ਦੇ ਸੁਨਹਿਰੀ ਇਤਿਹਾਸ ਨੂੰ ਜਦੋਂ ਅਸੀਂ ਦੁਨੀਆ ਦੇ ਸਾਹਮਣੇ ਰੱਖਦੇ ਹਾਂ, ਕਈ ਵਾਰ ਲੋਕੀ ਆਸ਼-ਆਸ਼ ਕਰ ਉੱਠਦੇ ਨੇ ਤੇ ਕਈ ਫਿਰਕੂ ਸੋਚ ਦੇ ਲੋਕੀ ਇਹ ਗੱਲ ਸੋਚਣ ਲਈ ਮਜਬੂਰ ਹੋ ਜਾਂਦੇ ਹਨ ਕਿ ਕੀ ਇਹ ਸੱਚ ਹੈ? ਕੋਈ ਰੰਬੀਆਂ ਦੇ ਨਾਲ ਖੋਪਰ ਉਤਰਵਾ ਸਕਦਾ ਹੈ, ਕੋਈ ਚਰਖੜੀਆਂ ਦੇ ਉੱਤੇ ਚੜ ਸਕਦਾ ਹੈ, ਕੋਈ ਤੱਤੀ ਤਵੀ ਦੇ ਉੱਤੇ ਬਹਿ ਸਕਦਾ ਹੈ, ਕੋਈ ਆਰੇ ਦੇ ਥੱਲੇ ਜ਼ਿੰਦਗੀ ਮਾਣ ਸਕਦਾ ਹੈ, ਕੋਈ ਜੋ ਹੈ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਆਰ ਪਵਾ ਸਕਦਾ ਹੈ, ਕੋਈ ਨੀਹਾਂ ਵਿੱਚ ਖੜੋ ਸਕਦਾ ਹੈ। ਭਾਵ ਜੋ ਵੀ ਸਾਡੇ ਇਤਿਹਾਸ ਦੀਆਂ ਸ਼ਹਾਦਤਾਂ ਦਾ ਇਤਿਹਾਸ ਹੈ, ਉਸ ਦੇ ਉੱਤੇ ਕਈ ਵਾਰ ਲੋਕਾਂ ਦੇ ਮਨਾਂ ਦੇ ਅੰਦਰ ਸ਼ੰਕੇ ਪ੍ਰਗਟ ਹੋ ਜਾਂਦੇ ਨੇ ਕਿ ਦੂਜਿਆਂ ਦੇ ਵਾਸਤੇ, ਦੂਜੇ ਦੇ ਧਰਮ ਵਾਸਤੇ, ਕਿਸੇ ਦੀ ਅਣਖਾਬਰੂ ਵਾਸਤੇ ਕੋਈ ਆਪਾ ਭਾਵ ਆਪਣਾ ਘਰ-ਬਾਰ ਜੋ ਹੈ ਉਸ ਨੂੰ ਕੁਰਬਾਨ ਕਰ ਸਕਦਾ ਹੈ। ਕੋਈ ਆਪਣੇ ਮੁਰਸ਼ਦ ਦੇ ਨਾਲ ਇਤਨਾ ਪਿਆਰ ਕਰ ਸਕਦਾ ਹੈ ਕਿ ਆਪਣੇ ਮੁਰਸ਼ਦ ਦੇ ਸਾਹਮਣੇ ਆਰੇ ਦੇ ਨਾਲ ਚਿਰ ਕੇ ਦੋ ਪਾੜ ਹੋ ਸਕਦਾ ਹੈ, ਰੂਹ 'ਚ ਸੜ ਸਕਦਾ ਹੈ, ਦੇਗ ਵਿੱਚ ਉਬਲ ਸਕਦਾ ਹੈ। ਤਾਂ ਫਿਰ ਇਤਿਹਾਸ ਸਮੇਂ-ਸਮੇਂ ਸਿਰ ਆਪਣੇ ਆਪ ਨੂੰ ਦੁਹਰਾਉਂਦਾ ਹੈ ਅਤੇ ਇਹ ਗੱਲਾਂ ਫਿਰ ਸੰਸਾਰ ਦੇ ਸਾਹਮਣੇ ਸੱਚ ਹੁੰਦੀਆਂ ਨੇ ਜਦੋਂ ਸਿੱਖ ਧਰਮ ਦੇ ਅੰਦਰ ਇਹ ਵਰਤਾਰੇ ਹਰ ਕੁਝ ਸਮੇਂ ਦੇ ਬਾਅਦ ਫੇਰ ਵਰਤ ਜਾਂਦੇ ਹਨ। ਸਾਕਾ ਨਨਕਾਣਾ ਸਾਹਿਬ ਵੀ ਆਪਣੇ ਆਪ ਦੇ ਅੰਦਰ ਇਤਿਹਾਸ ਨੂੰ ਦੁਹਰਾਉਣ ਵਾਲੀ ਗੱਲ ਸੀ, ਕਿਉਂਕਿ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਸਿੱਖਾਂ ਦਾ ਆਪਣੇ ਗੁਰੂ ਨਾਲ ਤੇ ਗੁਰੂ ਅਸਥਾਨਾਂ ਦੇ ਨਾਲ ਬਹੁਤ ਹੀ ਗੂੜਾ ਪਿਆਰ ਹੈ। ਸਿੱਖ ਆਪਣੇ ਗੁਰੂ ਪ੍ਰਤੀ, ਆਪਣੇ ਗੁਰੂ ਅਸਥਾਨਾਂ ਪ੍ਰਤੀ, ਗੁਰੂ ਸਿਧਾਂਤਾਂ ਪ੍ਰਤੀ ਆਪਣਾ ਸਭ ਕੁਝ ਵਾਰ ਦਿੰਦਾ ਹੈ। ਅਤੇ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਤੱਕ ਵੀ ਫਿਰਕੂ ਸੋਚ ਅਤੇ ਰਾਜਸੀ ਸ਼ਕਤੀਆਂ ਨੇ ਜਾਂ ਤਾਂ ਗੁਰੂ ਘਰ ਨੂੰ ਆਪਣੇ ਅਧੀਨ ਕਰਨ ਦੇ ਯਤਨ ਕੀਤੇ, ਤੇ ਜਦੋਂ ਦੇਖਿਆ ਕਿ ਗੁਰੂ ਨਾਨਕ ਪਾਤਸ਼ਾਹ ਦਾ ਘਰ ਕਿਸੇ ਦਾ ਗੁਲਾਮ ਨਹੀਂ ਹੋ ਸਕਦਾ, ਇਹ ਰੱਬੀ ਬੰਦਗੀ ਦੇ ਅੰਦਰ ਰੰਗਿਆ ਹੋਇਆ ਮਨੁੱਖਤਾ ਦੇ ਪਿਆਰ ਤੇ ਭਲੇ ਦੇ ਵਾਸਤੇ ਹੈ, ਤਾਂ ਇਸ ਨੂੰ ਕੁਚਲਣ ਦਾ ਯਤਨ ਕੀਤਾ ਗਿਆ ਅਤੇ ਗੁਰੂ ਕਾਲ ਦੇ ਅੰਦਰ ਹੀ ਗੁਰੂ ਪਾਤਸ਼ਾਹਾਂ ਨੂੰ ਜਾਂ ਤਾਂ ਅੱਤ ਦੀਆਂ ਔਖਿਆਈਆਂ ਦਾ ਸਾਹਮਣਾ ਕਰਨਾ ਪਿਆ ਜਾਂ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਜਦੋਂ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਸਮੇਂ ਤੋਂ ਬਾਅਦ ਦੇ ਇਤਿਹਾਸ ਨੂੰ ਦੇਖਦੇ ਹਾਂ ਤੇ ਪੰਥ ਦੇ ਉੱਤੇ ਜੋ ਸਮਾਂ 60-70 ਸਾਲ ਦਾ ਸੀ, ਬਹੁਤ ਜ਼ੁਲਮਾਂ ਦੇ ਜੋ ਝੱਖੜ ਜੋ ਸਨ ਝੁਲੇ ਸਨ। ਉਸ ਸਮੇਂ ਜੋ ਸਮੇਂ ਦੀਆਂ ਹਕੂਮਤਾਂ ਸਨ, ਉਹਨਾਂ ਨੇ ਫਿਰਕਾ ਪ੍ਰਸਤ ਤਾਕਤਾਂ ਦੇ ਨਾਲ ਮਿਲ ਕੇ ਉਹਨਾਂ ਦੀ ਚੁਕਣਾ ਦੇ ਅੰਦਰ ਆ ਕੇ ਇਹ ਹੁਕਮ ਲਾਗੂ ਕਰ ਦਿੱਤੇ ਸਨ, ਨਾਨਕ ਪ੍ਰਸਤਾਂ ਰਾਹ ਹਰ ਜਾ ਕੇ ਬਾ ਕਤਲ ਰਸਾਨੰਦ,
ਕਿ ਜਿੱਥੇ ਵੀ ਕਿਤੇ ਨਾਨਕ ਪ੍ਰਸਤ ਦਿਸੇ ਉਸ ਨੂੰ ਕਤਲ ਕਰ ਦਿੱਤਾ ਜਾਵੇ। ਹੁਕਮਨਾਮੇ ਇੱਥੇ ਤੱਕ ਲਾਗੂ ਸਨ, ਜਿਸ ਕੇ ਸਿਰ ਤੇ ਹੋਵੇਂ ਕੇਸ, ਰਹਿਣ ਨਾ ਦੇਨੋ ਆਪਣੇ ਦੇਸ਼, ਜੋ ਸਿੰਘਨ ਕੋ ਦਸੈ ਗ੍ਰਾਮ, ਸੋ ਪੀਲੇ ਹੈ ਬਹੁਤ ਇਨਾਮ, ਆਏ ਸਿੰਘ ਬਤਾਵੈ ਨਾਈ, ਉਹ ਵੀ ਆਪਣੀ ਜਾਨ ਗਵਾਈ, ਸਿੰਘਨ ਖੂਨ ਮਾਫ ਹਮ ਕੀਨੀ, ਜੈ ਲੱਭੈ ਤੈ ਮਾਰੋ ਚੀਨੀ। ਕਿ ਭਾਈ ਸਿੱਖਾਂ ਦੇ ਕਤਲ ਮਾਫ ਨੇ, ਜਿਸ ਦੇ ਸਿਰ ਦੇ ਉੱਤੇ ਕੇਸ ਨੇ ਉਸ ਨੂੰ ਆਪਣੇ ਦੇਸ਼ ਦੇ ਅੰਦਰ ਅਸੀਂ ਨਹੀਂ ਰਹਿਣ ਦੇਣਾ, ਅਤੇ ਜਿੱਥੇ ਵੀ ਤੁਹਾਨੂੰ ਸਿੱਖ ਲੱਭਦਾ ਹੈ ਉਸ ਨੂੰ ਕਤਲ ਕਰ ਦਿਓ, ਉਸ ਨੂੰ ਮਾਰ ਦਿਓ। ਜੋ ਵੀ ਸਿੱਖਾਂ ਦੇ ਘਰ ਕਾਟ ਲੁੱਟੇਗਾ, ਉਹਨਾਂ ਨੂੰ ਕਤਲ ਕਰੇਗਾ, ਉਹਨਾਂ ਦਾ ਖੂਨ ਅਸੀਂ ਮਾਫ ਕਰ ਦਿੱਤਾ, ਜਿੱਥੇ ਲੱਭਦਾ ਉਹਨੂੰ ਪਛਾਣ ਕੇ ਮਾਰ ਦਿਓ। ਇਤਨਾ ਜ਼ੁਲਮ ਸੀ, ਜ਼ੁਲਮ ਦੇ ਝੱਖੜ ਸਨ। ਬੱਚਿਆਂ ਨੂੰ ਟੋਟੇ ਕਰਵਾ ਕੇ ਮਾਤਾਵਾਂ ਦੇ ਗਲਾਂ ਵਿੱਚ ਹਾਰ ਪਵਾਏ ਜਾ ਰਹੇ ਸਨ, ਨੇਜਿਆਂ ਦੇ ਉੱਤੇ ਟੰਗੇ ਜਾ ਰਹੇ ਸਨ, ਸਿੰਘਾਂ ਨੂੰ ਘੇਰ ਕੇ ਜੋ ਸੀ ਉਹ ਮਾਰਨ ਦਾ ਯਤਨ ਸੀ। ਇੱਥੇ ਤੱਕ ਗੁਰਧਾਮਾਂ ਦੇ ਉੱਤੇ ਸਮੇਂ ਸਿਰ ਕਬਜ਼ੇ ਕਰਕੇ ਜੋ ਸੀ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਸਨ, ਖਾਸ ਕਰਕੇ ਦਰਬਾਰ ਸਾਹਿਬ ਦੇ ਉੱਤੇ, ਕਿ ਕੋਈ ਵੀ ਸਿੰਘ ਦਰਬਾਰ ਸਾਹਿਬ ਦੇ ਦਰਸ਼ਨ ਜਾਂ ਇਸ਼ਨਾਨਾਂ ਦੇ ਵਾਸਤੇ ਨਾ ਆ ਸਕੇ। ਗੁਰੂ ਪਿਆਰ ਵਾਲਿਓ, ਉਸ ਜੋ ਔਖੇ ਸਮੇਂ ਦੇ ਅੰਦਰ ਸਿੱਖ ਜੋ ਸਨ ਉਹ ਜੰਗਲਾਂ ਤੇ ਬੇਲਿਆਂ ਦੇ ਵਿੱਚ ਚਲੇ ਗਏ, ਉਹ ਜੰਗਲਾਂ ਦੇ ਵਿੱਚ ਰਹਿ ਰਹੇ ਨੇ। ਤੇ ਦੂਜੇ ਪਾਸੇ ਜੋ ਗੁਰੂ ਸਥਾਨਾਂ ਦੀ ਸੰਭਾਲ ਸੀ, ਇਹ ਜੋ ਉਸ ਵੇਲੇ ਕਰਨ ਦੇ ਅਸਮਰਥ ਸਨ। ਉਸ ਵੇਲੇ ਗੁਰੂ ਸਥਾਨਾਂ ਦੀ ਸੇਵਾ ਸੰਭਾਲ ਉਦਾਸੀ ਸੰਤ ਜੋ ਸੰਪਰਦਾਵਾਂ ਸਨ, ਉਹਨਾਂ ਦੇ ਜਿਹੜੇ ਲੋਕੀ ਸਨ, ਉਹਨਾਂ ਨੇ, ਪੁਜਾਰੀਆਂ ਨੇ ਸੰਭਾਲੀ। ਵੱਡੀ ਸੇਵਾ ਸੀ ਕਿ ਗੁਰਧਾਮਾਂ ਨੂੰ ਸੰਭਾਲ ਕੇ ਰੱਖਣਾ, ਪਰ ਉਹਨਾਂ ਦੇ ਨਿੱਜੀ ਵਿਸ਼ਵਾਸ ਅਤੇ ਪ੍ਰਚਲਿਤ ਜੋ ਉਹਨਾਂ ਦੇ ਅੰਦਰ ਹਿੰਦੂ ਪ੍ਰਭਾਵ ਸਨ, ਉਹ ਗੁਰੂ ਅਸਥਾਨਾਂ ਦੇ ਵਿੱਚ ਆਸਤਾ ਕਰਕੇ ਸਹਿਜੇ ਜਾਣੇ ਜਾਂ ਅਣਜਾਣ ਪੁਣੇ ਦੇ ਅੰਦਰ ਆਉਣਾ ਸ਼ੁਰੂ ਹੋ ਗਏ, ਅਤੇ ਫਿਰ ਗੁਰੂ ਅਸਥਾਨ ਜੋ ਸਨ ਉਹ ਬ੍ਰਾਹਮਣੀ ਰੰਗਤ ਜੋ ਫੜਦੇ ਗਏ। ਫਿਰ ਵਿਪਰ ਦੀਆਂ ਜੋ ਰੀਤਾਂ ਸਨ, ਸਹਿਜੇ ਗੁਰਮਤ ਦਾ ਜੋ ਭੁਲੇਖਾ ਪਾਉਣ ਲੱਗ ਪਈਆਂ। ਦੇਵੀ ਦੇਵਤਿਆਂ ਦੀਆਂ ਮੂਰਤੀਆਂ, ਗੁਰੂ ਸਾਹਿਬਾਨਾਂ ਦੇ ਮਨੋਕਲਿਪਤ ਬੁੱਤ ਗੁਰੂ ਅਸਥਾਨਾਂ ਦੇ ਵਿੱਚ ਪ੍ਰਵੇਸ਼ ਕਰ ਗਏ। ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ, ਜਦੋਂ ਮਿਸਲਾਂ ਦੇ ਜੋ ਪ੍ਰਭਾਵ ਤੋਂ ਬਾਅਦ, ਮਿਸਲਾਂ ਦੇ ਰਾਜ ਤੋਂ ਬਾਅਦ ਇੱਕ ਪ੍ਰਭਾਵਸ਼ਾਲੀ ਰਾਜ ਜੋ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਗਵਾਈ ਦੇ ਅੰਦਰ ਬਣਿਆ, ਉਸ ਸਮੇਂ ਵੀ ਗੁਰੂ ਘਰਾਂ ਦੀਆਂ ਜਾਇਦਾਦਾਂ ਤੇ ਇਮਾਰਤਾਂ ਵੱਲ ਤਾਂ ਧਿਆਨ ਦਿੱਤਾ ਗਿਆ, ਪਰ ਅੰਦਰਲੀ ਜੋ ਮਰਿਆਦਾ ਸੀ, ਜੋ ਉੱਥੇ ਦੇ ਪ੍ਰਬੰਧ ਸਨ, ਜੋ ਉਦਾਸੀ ਸੰਤਾਂ ਦੇ ਹੱਥ ਵਿੱਚ ਸਨ, ਉਸ ਪਾਸੇ ਜੋ ਸੀ ਉਹ ਖਾਸ ਧਿਆਨ ਨਾ ਦਿੱਤਾ ਗਿਆ। ਉਹਦੇ ਵਾਸਤੇ ਭਾਵੇਂ ਕੋਈ ਮਜਬੂਰੀ ਸੀ ਜਾਂ ਹਾਲਾਤ ਜੋ ਇਹੋ ਜਿਹੇ ਸਨ, ਜਾਂ ਜਾਣਬੁੱਝ ਕੇ ਗੱਲ ਜੋ ਸੀ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ, ਇੱਕ ਵੱਖਰਾ ਵਿਸ਼ਾ ਹੈ। ਫਿਰ 1849 ਦੇ ਵਿੱਚ ਪੰਜਾਬ ਦੇ ਵਿੱਚ ਅੰਗਰੇਜ਼ ਰਾਜ ਹੋ ਜਾਣ ਤੋਂ ਬਾਅਦ ਸਰਕਾਰ ਦੀ ਜੋ ਸੀ ਸਿੱਖਾਂ ਦੇ ਵਿੱਚ ਤੇ ਸਿੱਖ ਧਰਮ ਸਥਾਨਾਂ ਵਿੱਚ ਦਖਲ ਅੰਦਾਜ਼ੀ ਜੋ ਸੀ ਉਹ ਸ਼ੁਰੂ ਹੋ ਗਈ। ਲਗਭਗ 70 ਸਾਲ ਤੱਕ ਹਾਲਾਤ ਜੋ ਸੀ ਉਹ ਬਿਲਕੁਲ ਇਸੇ ਤਰ੍ਹਾਂ ਦੀ ਰਹੀ, ਜਿਉਂ ਦੀ ਤਿਉਂ ਰਹੀ। ਤੇ ਸਗੋਂ ਜੋ ਉਸ ਵੇਲੇ ਦਾ ਅੰਗਰੇਜ਼ ਹਾਕਮ ਸਨ, ਉਹਨਾਂ ਨੇ ਗੁਰਦੁਆਰਿਆਂ ਦੀ ਮਹੱਤਤਾ ਨੂੰ ਜੋ ਸੀ ਘਟਾਉਣ ਦੇ ਉੱਤੇ ਪੂਰਾ ਜ਼ੋਰ ਲਾ ਦਿੱਤਾ। ਇੱਥੇ ਤੱਕ ਉਹਨਾਂ ਦੀ ਕੋਸ਼ਿਸ਼ ਸੀ ਕਿ ਸਿੱਖ ਗੁਰੂ ਘਰਾਂ ਤੋਂ ਅਤੇ ਗੁਰੂ ਤੋਂ ਦੂਰ ਹੋ ਜਾਣ। ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਦਰਬਾਰ ਸਾਹਿਬ ਅਤੇ ਤਰਨਤਾਰਨ ਸਾਹਿਬ ਲਈ ਸਰਕਾਰ ਵੱਲੋਂ ਸਰਬਰਾਹ ਜੋ ਸਨ ਉਹ ਥਾਪ ਦਿੱਤੇ ਗਏ, ਅਤੇ ਸਿੱਧੇ ਤੌਰ ਦੇ ਉੱਤੇ ਇਹਨਾਂ ਸਥਾਨਾਂ ਨੂੰ ਆਪਣੇ ਅਧੀਨ ਕਰ ਲਿਆ ਗਿਆ। ਹੋਰ ਗੁਰਦੁਆਰਿਆਂ ਦੇ ਜੋ ਮਹੰਤ ਅਤੇ ਪੁਜਾਰੀ ਸਨ, ਉਹ ਸਰਕਾਰ ਦੇ ਹੱਥ ਟੋਕੇ ਬਣਾਏ ਗਏ। ਮਹੰਤ ਤੇ ਜੋ ਪੁਜਾਰੀ ਸਨ, ਉਹਨਾਂ ਨੇ ਆਪਣੀਆਂ ਮਨਮਾਨੀਆਂ ਜੋ ਸਨ ਸ਼ੁਰੂ ਕਰ ਦਿੱਤੀਆਂ। ਸਰਕਾਰੀ ਸ਼ਾਹ ਜੋ ਸੀ ਉਹਨਾਂ ਨੂੰ ਪੂਰਨ ਤੌਰ ਦੇ ਉੱਤੇ ਪ੍ਰਾਪਤ ਸੀ। 1873 ਦੇ ਅੰਦਰ ਸਿੱਖ ਧਰਮ ਦੇ ਵਿੱਚ ਗੁਰਧਾਮਾਂ ਦੇ ਹਾਲਾਤਾਂ ਨੂੰ ਦੇਖ ਕੇ ਜੋ ਸੀ ਕੁਝ ਪੰਥ ਦਰਜੀ ਜੋ ਸਨ, ਉਹਨਾਂ ਨੇ ਹੀਲਾ ਤੇ ਉਪਰਾਲਾ ਸ਼ੁਰੂ ਕੀਤਾ। 1873 ਦੇ ਵਿੱਚ ਸਿੰਘ ਸਭਾ ਲਹਿਰ ਜੋ ਸੀ ਉਸ ਦਾ ਆਰੰਭ ਹੋਇਆ, ਜਿਸ ਦੇ ਮੁੱਖ ਮੰਤਵ ਵਿਦਿਆ ਦਾ ਪ੍ਰਚਾਰ ਕਰਨਾ, ਸਿੱਖ ਰਹਿਤ ਮਰਿਆਦਾ ਦੇ ਵਾਸਤੇ ਜੋ ਹੈ ਤਤਪਰ ਹੋਣਾ। ਫਿਰ ਵੱਖਰੇ ਪ੍ਰਚਾਰ ਕੇਂਦਰ ਜੋ ਸਨ, ਸਿੰਘ ਸਭਾਵਾਂ, ਸਿੱਖੀ ਦੇ ਜੋ ਸਨ ਧਾਰਮਿਕ ਕੇਂਦਰ ਸਥਾਨ ਬਣਾਉਣੇ, ਤੇ ਫਿਰ ਸਿੱਖੀ ਦੇ ਵਿੱਚ ਵਾਧਾ ਸ਼ੁਰੂ ਕੀਤਾ, ਗੁਰਮਤ ਦਾ ਪ੍ਰਚਾਰ ਕੀਤਾ। ਰਹਿਤ ਮਰਿਆਦਾ ਸੀ, ਉਸ ਨੂੰ ਸਿੱਖੀ ਜੋ ਰੋਹ ਰੀਤਾਂ ਸਨ, ਉਹਨਾਂ ਨੂੰ ਵਿਪਰ ਦੀਆਂ ਰੀਤਾਂ ਤੋਂ ਜੋ ਸੀ ਨਿਵੇਕਲਾ ਕਰਕੇ ਵਿਪਰ ਰੀਤ ਨੂੰ ਬਾਹਰ ਕੱਢਣ ਦਾ ਯਤਨ ਜੋ ਸੀ ਆਰੰਭ ਹੋਇਆ। ਪਰ ਸਰਕਾਰੀ ਮਹੰਤ ਅਤੇ ਪੁਜਾਰੀ ਜੋ ਸਨ, ਉਹ ਸਿੰਘ ਸਭਾ ਦੇ ਅਸਰ ਨੂੰ ਬਿਲਕੁਲ ਜੋ ਸਨ ਕਬੂਲਦੇ ਨਹੀਂ ਸਨ, ਅਤੇ ਉਲਟਾ ਜੋ ਸੀ ਇਹਦੇ ਵਿਰੁੱਧ ਪ੍ਰਚਾਰ ਕਰ ਰਹੇ ਸਨ, ਕਿਉਂਕਿ ਉਹਨਾਂ ਨੂੰ ਪੂਰਨ ਤੌਰ ਦੇ ਉੱਤੇ ਸਰਕਾਰ ਦੀ ਸ਼ਹਿ ਜੋ ਸੀ ਉਹ ਹਾਸਲ ਸੀ। ਤੇ ਸਰਕਾਰ ਚਾਹੁੰਦੀ ਵੀ ਸੀ ਕਿ ਕਿਸੇ ਵੀ ਹੀਲੇ ਜੋ ਨੇ, ਉਹ ਗੁਰਧਾਮ ਜੋ ਨੇ, ਉਹ ਸਿੱਖਾਂ ਦੀ ਕਿਸੇ ਕੇਂਦਰੀ ਜਥੇਬੰਦੀ ਜਾਂ ਸੁਚੇਤ ਸਿੱਖ ਆਗੂਆਂ ਦੇ ਹੱਥ ਵਿੱਚ ਨਾ ਜਾਣ। ਇਹ ਜਾਂ ਤਾਂ ਸਿੱਧੇ ਸਰਕਾਰੀ ਸਰਬਰਾਹਾਂ ਦੇ ਅਧੀਨ ਰਹਿਣ, ਜਾਂ ਸਰਕਾਰ ਦੇ ਹੱਥ ਟੋਕੇ ਪੁਜਾਰੀ ਤੇ ਮਹੰਤ ਜੋ ਨੇ
ਉਹਨਾਂ ਦੇ ਜੋ ਉੱਥੇ ਸਰਪ੍ਰਸਤੀ ਰਵੇ। ਅਛੂਤ ਜਾਤ ਦਾ ਇਹਦੀ ਇੱਕ ਖਾਸ ਤੌਰ ਦੇ ਉੱਤੇ ਮਿਸਾਲ ਜੋ ਹੈ ਇਤਿਹਾਸ ਦੇ ਅੰਦਰ ਲੱਭਦੀ ਹੈ ਕਿ ਅਛੂਤ ਜਾਤ ਉਹ ਲੋਕੀ ਇਤਨੀਆਂ ਮਨਮਾਨੀਆਂ ਕਰਦੇ ਸਨ ਕਿ ਅਛੂਤ ਜਾਤ ਜੋ ਕਹੀ ਜਾਂਦੀ ਹੈ ਉਸ ਦਾ ਇੱਕ ਪਰਿਵਾਰ ਅੰਮ੍ਰਿਤ ਛਕ ਕੇ ਸਿੰਘ ਸਜ ਕੇ ਦਰਬਾਰ ਸਾਹਿਬ ਜੋ ਸੀ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਆਪਣੇ ਸਿਰ ਦੇ ਉੱਤੇ ਚੁੱਕ ਕੇ ਜਦੋਂ ਦਰਬਾਰ ਸਾਹਿਬ ਦਰਸ਼ਨਾਂ ਨੂੰ ਆਏ, ਜੋ ਪੁਜਾਰੀ ਸਨ ਉਹਨਾਂ ਨੇ ਉਸ ਤੇ ਨਾ ਸਿਰਫ ਪ੍ਰਸ਼ਾਦ ਨੂੰ ਮੋੜਿਆ ਬਲਕਿ ਧੱਕੇ ਮਾਰ ਕੇ ਉਹਨਾਂ ਨੂੰ ਬਾਹਰ ਕੱਢ ਦਿੱਤਾ। ਭਾਵ ਇਤਨੀਆਂ ਮਨਮਾਨੀਆਂ ਜੋ ਸਨ ਉਹ ਗੁਰਧਾਮਾਂ ਦੇ ਅੰਦਰ ਚੱਲ ਰਹੀਆਂ ਸਨ। ਜਦੋਂ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਉਸ ਨੇ ਪਰਿਵਾਰ ਸਮੇਤ ਉਹ ਈਸਾਈ ਬਣਿਆ। ਥੋੜੀ ਦੇਰ ਦੇ ਬਾਅਦ ਉਹ ਫੇਰ ਤਿਆਰ ਹੋ ਕੇ ਈਸਾਈ ਡਰੈਸ ਪਾ ਕੇ, ਕੋਟ ਪੈਂਟ ਪਾ ਕੇ, ਉੱਪਰੋਂ ਦੀ ਟਾਈ ਪਾ ਕੇ, ਹੈਟ ਪਾ ਕੇ ਜਦੋਂ ਦਰਬਾਰ ਸਾਹਿਬ ਆਪਣੇ ਪਰਿਵਾਰ ਦੇ ਨਾਲ ਆਇਆ, ਉਹੀਓ ਪੁਜਾਰੀ ਉਸ ਨੂੰ ਸਾਰੇ ਦਰਬਾਰ ਸਾਹਿਬ ਦੇ ਵਿੱਚ ਉਹਦੇ ਪਿੱਛੇ ਪਿੱਛੇ ਤੁਰ ਕੇ ਉਸ ਦੀ ਜੀ ਹਜ਼ੂਰੀ ਕਰਦੇ ਉਸ ਨੂੰ ਦਰਸ਼ਨ ਕਰਵਾ ਰਹੇ ਸਨ। ਭਾਵ ਦਰਸ਼ਨ ਤੋਂ ਬਾਅਦ ਕਿ ਉਹਨੂੰ ਉਹਦੇ ਬਾਰੇ ਚ ਦੱਸ ਰਹੇ ਸਨ। ਇੱਥੇ ਤੱਕ ਜੋ ਸਨ ਹਾਲਾਤ ਉਹ ਨਿਗਾਰ ਹੋ ਚੁੱਕੀ ਸੀ। ਪੰਜਾਬ ਫੌਜੀ ਇਹਦਾ ਕਾਰਨ ਕੀ ਸੀ ਕਿ ਪੰਜਾਬ ਫੌਜੀ ਨੁਕਤੇ ਨਿਗਾਹ ਦੇ ਨਾਲ ਬਿਹਤਰ ਖਿੱਤਾ ਜੋ ਸੀ ਉਹ ਮੰਨਿਆ ਜਾਂਦਾ ਸੀ ਅਤੇ ਕੋਈ ਵੀ ਲਹਿਰ ਜੋ ਸੀ ਪੰਜਾਬ ਦੇ ਵਿੱਚੋਂ ਉੱਠਣ ਨਹੀਂ ਸੀ ਦਿੱਤੀ ਜਾ ਰਹੀ। ਇੱਕ ਮਿੱਠਾ ਜ਼ਹਿਰ ਜੋ ਸੀ ਉਹ ਦੇਣ ਦੀ ਕੋਸ਼ਿਸ਼ ਸੀ। 1857 ਦੇ ਗਦਰ ਤੋਂ ਬਾਅਦ 1858 ਦੇ ਵਿੱਚ ਭਾਵੇਂ ਮਹਾਰਾਣੀ ਵਿਕਟੋਰੀਆ ਨੇ ਇੱਕ ਐਲਾਨ ਕੀਤਾ ਸੀ ਕਿ ਉਸ ਦੀ ਸਰਕਾਰ ਹਿੰਦੁਸਤਾਨੀ ਲੋਕਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਬਿਲਕੁਲ ਦਖਲਅੰਦਾਜ਼ੀ ਨਹੀਂ ਕਰੇਗੀ, ਪਰ ਸਿੱਖਾਂ ਦੇ ਮਸਲੇ ਵਿੱਚ ਇਹ ਬਿਲਕੁਲ ਉਲਟ ਕੀਤਾ ਜਾ ਰਿਹਾ ਸੀ। ਸਾਰੇ ਗੁਰਧਾਮਾਂ ਦੇ ਉੱਤੇ ਜਾਂ ਤਾਂ ਜੋ ਅੰਗਰੇਜ਼ ਸਰਕਾਰ ਸਿੱਧੇ ਤੌਰ ਦੇ ਉੱਤੇ ਆਪਣੇ ਸਰਬਰਾਹ ਲਾ ਰਹੀ ਸੀ ਜਾਂ ਮਹੰਤ ਤੇ ਪੁਜਾਰੀਆਂ ਨੂੰ ਸ਼ਹਿ ਦੇ ਕੇ ਗੁਰਧਾਮਾਂ ਦੇ ਵਿੱਚ ਜੋ ਸੀ ਉਹਨਾਂ ਨੂੰ ਖੁੱਲ੍ਹ ਦੇ ਕੇ ਸਿੱਖ ਦਰਦ ਰੱਖਣ ਵਾਲੇ, ਪੰਥ ਦਰਦ ਰੱਖਣ ਵਾਲੇ ਜੋ ਵੀ ਸਿੱਖ ਸਨ ਉਹਨਾਂ ਨੂੰ ਗੁਰਧਾਮਾਂ ਤੋਂ ਦੂਰ ਰੱਖਣ ਦਾ ਯਤਨ ਕੀਤਾ ਜਾ ਰਿਹਾ ਸੀ। 1881 ਚ ਪੰਜਾਬ ਦੇ ਲੈਫਟੀਨੈਂਟ ਗਵਰਨਰ ਇਜ਼ਰਟਨ ਨੇ ਜੋ ਸੀ ਉਸ ਨੇ ਲਾਰਡ ਰਿਪਨ ਨੂੰ ਇੱਕ ਚਿੱਠੀ ਲਿਖੀ। ਇਜ਼ਰਟਨ ਜੋ ਲੈਫਟੀਨੈਂਟ ਗਵਰਨਰ ਸੀ ਉਸ ਨੇ ਲਾਰਡ ਰਿਪਨ ਨੂੰ ਇੱਕ ਚਿੱਠੀ ਲਿਖੀ ਕਿਉਂਕਿ ਗੁਰਦੁਆਰਿਆਂ ਦੇ ਉੱਤੇ ਇਹ ਦਖਲਅੰਦਾਜ਼ੀ ਦਾ ਇੱਕ ਮੇਨ ਮਕਸਦ ਸੀ, ਇੱਕ ਮਾਟੋ ਸੀ। ਉਸ ਨੇ ਜੋ ਚਿੱਠੀ ਲਿਖੀ ਉਹਦੇ ਵਿੱਚ ਉਸਨੇ ਇੱਕ ਗੱਲ ਲਿਖੀ ਕਿ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਅਜਿਹੀ ਕਮੇਟੀ ਦੇ ਹੱਥਾਂ ਵਿੱਚ ਜਾਣ ਦੇਣਾ ਜੋ ਕਿ ਰਾਜਸੀ ਤੌਰ ਤੇ ਗਵਰਨਮੈਂਟ ਕੰਟਰੋਲ ਤੋਂ ਬਾਹਰ ਹੋਵੇ ਤਾਂ ਰਾਜਸੀ ਤੌਰ ਤੇ ਇਹ ਖਤਰਨਾਕ ਹੋਵੇਗਾ। ਉਹਦਾ ਇਹ ਸਾਫ਼ ਸੁਨੇਹਾ ਸੀ ਕਿ ਜੇਕਰ ਸਿੱਖ ਗੁਰਦੁਆਰਾ ਪ੍ਰਬੰਧ ਜੋ ਹੈ ਕਿਸੇ ਐਸੀ ਕਮੇਟੀ ਦੇ ਅਧੀਨ ਚਲਾ ਜਾਂਦਾ ਹੈ ਜੋ ਸਰਕਾਰੀ ਕੰਟਰੋਲ ਤੋਂ ਬਾਹਰ ਹੋਵੇ ਤਾਂ ਸਾਡੇ ਵਾਸਤੇ ਰਾਜਸੀ ਖਤਰਾ ਹੈ। ਅਤੇ ਖਾਸ ਕਰਕੇ ਜੋ ਅੰਗਰੇਜ਼ ਚਿੰਤਕ ਸਨ ਉਹਨਾਂ ਨੇ ਆਪਣੇ ਜੋ ਸਰਕਾਰਾਂ ਸਨ ਜਾਂ ਜੋ ਮਹਾਰਾਣੀ ਸੀ ਉਸ ਨੂੰ ਜਦੋਂ ਵੀ ਸੁਨੇਹਾ ਭੇਜਿਆ ਉਹਦਾ ਇੱਕ ਸੁਨੇਹਾ ਉਹਨਾਂ ਦਾ ਹੁੰਦਾ ਸੀ ਕਿ ਭਾਰਤ ਦੇ ਅੰਦਰ, ਕਿਉਂਕਿ ਭਾਰਤ ਦੇ ਅੰਦਰ ਸਭ ਤੋਂ ਆਖਰ ਦੇ ਵਿੱਚ ਅੰਗਰੇਜ਼ ਜੋ ਸੀ ਉਹ ਪੰਜਾਬ ਦੇ ਉੱਤੇ ਕਾਬਜ ਹੋਇਆ ਸੀ ਅਤੇ ਉਹਨਾਂ ਨੇ ਭਾਰਤ ਦੇ ਅੰਦਰ ਆਪਣੇ ਰਾਜ ਭਾਗ ਨੂੰ ਪੱਕਾ ਤੇ ਲੰਬਾ ਚੱਲਣ ਦੇ ਵਾਸਤੇ ਜੋ ਨੁਸਖਾ ਦੱਸਿਆ ਸੀ ਉਹ ਇਹ ਸੀ ਕਿ ਕਿਸੇ ਵੀ ਤਰੀਕੇ ਦੇ ਨਾਲ ਸਿੱਖ ਨੂੰ ਜੋ ਹੈ ਉਹ ਗੁਰੂ ਤੇ ਗੁਰੂ ਧਾਮਾਂ ਤੋਂ ਦੂਰ ਰੱਖਿਆ ਜਾਵੇ। ਜਿੱਥੇ ਤੱਕ ਵੀ ਹੋ ਸਕੇ ਗੁਰੂ ਧਾਮ ਜੋ ਨੇ ਉਹ ਸਾਡੇ ਅਧੀਨ ਰਹਿਣਾ ਚਾਹੁੰਦੇ ਨੇ। ਇੱਕੋ ਲਾਈਨ ਦੇ ਵਿੱਚ ਉਹਨਾਂ ਨੇ ਗੱਲ ਮੁਕਾਈ ਸੀ ਕਿ ਸਿੱਖ ਗੁਰਦੁਆਰਾਜ਼ ਆਰ ਸਟੇਟ ਵਿਦ ਇਨ ਦਾ ਸਟੇਟ, ਕਿ ਸਿੱਖ ਗੁਰਦੁਆਰੇ ਜੋ ਨੇ ਉਹ ਸਰਕਾਰ ਦੇ ਅੰਦਰ ਇੱਕ ਆਪਣੇ ਆਪ ਨੂੰ ਸਰਕਾਰ ਰੱਖਦੇ ਨੇ, ਉਹ ਆਪਣੇ ਤੌਰ ਦੇ ਉੱਤੇ ਇੱਕ ਬਹੁਤ ਵੱਡੀ ਸ਼ਕਤੀ ਨੇ। ਅਤੇ ਉਹਦਾ ਕਾਰਨ ਕੀ ਸੀ, ਅੰਗਰੇਜ਼ ਕਿਉਂ ਇਸ ਚੀਜ਼ ਨੂੰ ਚਾਹੁੰਦੇ ਸਨ ਜਾਂ ਭੈਭੀਤ ਕਿਉਂ ਸਨ? ਉਹਦਾ ਕਾਰਨ ਸੀ ਕਿ ਗੁਰਦੁਆਰਿਆਂ ਦੇ ਅੰਦਰ ਰੋਜ਼ ਗੁਰੂ ਕੀ ਸੰਗਤ ਆਉਂਦੀ ਸੀ, ਜੋੜ ਮੇਲ ਹੁੰਦੇ ਸਨ। ਇਸ ਤੋਂ ਜੋ ਪਹਿਲਾਂ ਵੀ ਸਰਕਾਰਾਂ ਜੋ ਸਨ ਉਹ ਇਸ ਨਾਲ ਜੋੜ ਮੇਲਾਂ ਨੂੰ, ਸਿੱਖ ਸ਼ਕਤੀ ਨੂੰ ਇੱਕ ਥਾਂ ਤੇ ਇਕੱਠਾ ਹੋਣ ਤੋਂ ਰੋਕਦੀਆਂ ਸਨ। ਜੋ ਅਸੀਂ ਇਤਿਹਾਸ 'ਚ ਪੜ੍ਹਦੇ ਹਾਂ ਕਿ ਹੁਕਮਨਾਮੇ ਕੀਤੇ ਸਨ ਕਿ ਕੋਈ ਗੁੜ ਨਾ ਕਵੇ, ਰੋੜੀ ਕਵੇ। ਗੁੜ ਕਹਿਣ ਤੋਂ ਸਿੱਖ ਨੂੰ ਗੁਰੂ ਚੇਤੇ ਆਉਂਦਾ। ਇਸੇ ਤਰੀਕੇ ਦੇ ਨਾਲ ਉਹ ਥਾਂ ਥਾਂ ਦੇ ਉੱਤੇ ਦਰਬਾਰ ਸਾਹਿਬ ਦੇ ਉੱਤੇ ਆਉਣ ਜਾਣ ਨੂੰ, ਇਸ਼ਨਾਨ ਤੇ ਦਰਸ਼ਨਾਂ ਨੂੰ ਪਹਿਲੀਆਂ ਸਰਕਾਰਾਂ ਜੋ ਸਨ ਮੁਗਲ ਹਕੂਮਤਾਂ ਉਹ ਵੀ ਕੋਸ਼ਿਸ਼ ਕਰਦੀਆਂ ਸਨ, ਪਾਬੰਦੀ ਲਾਉਣ ਦਾ ਯਤਨ ਕਰਦੀਆਂ ਸਨ। ਦਰਬਾਰ ਸਾਹਿਬ ਨੂੰ ਪੂਰਨ ਦਾ ਯਤਨ ਕੀਤਾ ਗਿਆ, ਸਰੋਵਰ ਨੂੰ। ਕਾਰਨ ਇਹ ਸੀ ਕਿ ਸਿੱਖ ਰੋਜ਼ ਜੋ ਸਨ ਸੰਗਤ ਦੇ ਰੂਪ ਵਿੱਚ ਇਕੱਠੇ ਹੁੰਦੇ ਸਨ, ਜੋੜ ਮੇਲ ਹੁੰਦੇ ਸਨ। ਕਿਸੇ ਦੁਖੀ ਫਰਿਆਦੀ ਦੀ ਫਰਿਆਦ ਸੁਣੀ ਜਾਂਦੀ ਸੀ, ਜ਼ੁਲਮ ਤੇ ਧੱਕੇ ਦੇ ਵਿਰੁੱਧ ਉੱਠ ਖੜੇ ਹੁੰਦੇ ਸਨ। ਅਤੇ ਜਦੋਂ ਸਿੱਖ ਆਪਣੇ ਸਿਧਾਂਤਾਂ ਦੇ ਨਾਲ ਜੁੜਿਆ ਹੁੰਦਾ ਸੀ ਇਸ ਨੂੰ ਹਰ ਵੇਲੇ ਇਸ ਗੱਲ ਦਾ ਚੇਤਾ ਰਹਿੰਦਾ ਸੀ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰਤਲੀ ਗਲੀ ਮੇਰੀ ਆਓ, ਇਤਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਇਸ ਨੂੰ ਇਸ ਗੱਲ ਦਾ ਚੇਤੇ ਸੀ ਕਿ ਮੇਰੇ ਗੁਰੂ ਪਾਤਸ਼ਾਹ ਕਹਿ ਰਹੇ ਨੇ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਤੇ ਉਸ ਸਮੇਂ ਦੀ ਜੋ ਹਕੂਮਤ ਸੀ ਅੰਗਰੇਜ਼ ਸਰਕਾਰ ਉਹ ਦੇਖ ਚੁੱਕੀ ਸੀ ਕਿ ਜੇ ਕਿਤੇ ਅਣਖ ਤੇ ਗੈਰਤ ਵਾਲੀ ਕੋਈ ਕੌਮ ਹੈ
ਉਹ ਕੇਵਲ ਸਿੱਖ ਕੌਮ ਹੈ ਅਤੇ ਇਹ ਅਣਖ ਤੇ ਗੈਰਤ ਇਹਨਾਂ ਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਹੈ, ਸੰਗਤ ਤੇ ਇਤਿਹਾਸ ਤੋਂ ਮਿਲਦੀ ਹੈ। ਅਤੇ ਜੇਕਰ ਇਹਨਾਂ ਨੂੰ ਇਸ ਤੋਂ ਦੂਰ ਤੇ ਵਾਂਝਿਆ ਰੱਖਿਆ ਜਾਵੇ, ਅਸੀਂ ਲੰਬਾ ਚਿਰ ਆਪਣਾ ਰਾਜ ਭਾਗ ਜੋ ਹੈ ਉਸ ਨੂੰ ਚਲਾ ਸਕਦੇ ਹਾਂ। ਅੰਗਰੇਜ਼ਾਂ ਨੇ ਸਿੱਖ ਆਗੂਆਂ ਨੂੰ ਆਪਣੀ ਰਾਜਸੀ ਸਵਾਰਥਾਂ ਲਈ ਪੂਰਨ ਤੌਰ ਦੇ ਉੱਤੇ ਢਾਲ ਲਿਆ ਸੀ। ਪਾਪ ਉਹਨਾਂ ਨੇ ਆਪਣੇ ਅਧੀਨ ਕਰ ਲਿਆ ਸੀ। ਮਾਨਸਿਕ ਤੌਰ ਦੇ ਉੱਤੇ ਜੋ ਸਿੱਖ ਆਗੂ ਸਨ ਉਹ ਇੱਕ ਕਿਸਮ ਦੇ ਗੁਲਾਮ ਬਣ ਚੁੱਕੇ ਸਨ। ਉਹ ਸਰਕਾਰ ਦੇ ਹੱਥ ਠੋਕੇ ਸਨ। ਸਿੱਖ ਸੰਸਥਾਵਾਂ ਜਿਨ੍ਹਾਂ ਦੇ ਵਿੱਚ ਸਿੱਖ ਸਿੰਘ ਸਭਾ ਲਹਿਰ, ਚੀਫ ਖਾਲਸਾ ਦੀਵਾਨ, ਐਜੂਕੇਸ਼ਨਲ ਕਾਨਫਰੰਸ ਵਰਗੀਆਂ ਜੋ ਸਾਡੀਆਂ ਸੰਸਥਾਵਾਂ ਸਨ ਉਹ ਪੂਰਨ ਤੌਰ ਦੇ ਉੱਤੇ ਵਫਾਦਾਰ ਬਣ ਚੁੱਕੀਆਂ ਸਨ ਅਤੇ ਸਿੱਖਾਂ ਦੀ ਸੋਚ ਸ਼ਕਤੀ ਸੀਮਤ ਅਤੇ ਲਗਭਗ ਜੋ ਸੀ ਬੰਦ ਹੋ ਚੁੱਕੀ ਸੀ। ਮਾਨਸਿਕ ਤੌਰ ਦੇ ਉੱਤੇ ਆਗੂ ਤੇ ਸੰਸਥਾਵਾਂ ਇਸ ਹੱਦ ਤੱਕ ਗੁਲਾਮ ਹੋ ਗਈਆਂ ਸਨ ਕਿ ਵਿਸ਼ਾਲ ਰਾਜ ਭਾਗ ਦੀ ਮਾਲਕ ਰਹੀ ਸਿੱਖ ਕੌਮ ਜੋ ਸੀ ਉਹ ਇਸ ਗੱਲ ਦੇ ਉੱਤੇ ਆ ਕੇ ਸੋਚਣਾ ਸ਼ੁਰੂ ਕਰ ਦਿੰਦੀ ਸੀ ਕਿ ਅੰਗਰੇਜ਼ ਆਏ ਹੀ ਪੰਥ ਤੇ ਪੰਜਾਬ ਦੇ ਭਲੇ ਲਈ ਹਨ। ਇਹ ਹਰ ਜੋ ਜਾਗਣ ਵਾਲੇ ਸਿੱਖ ਦੀ ਬਿਰਤੀ ਨਹੀਂ ਸੀ, ਬਲਕਿ ਸਿੱਖ ਜੋ ਮਾਨਸਿਕ ਤੌਰ ਦੇ ਉੱਤੇ ਗੁਲਾਮ ਆਗੂ ਸਨ ਉਹ ਸਨ ਅਤੇ ਉਹਨਾਂ ਦੇ ਪਿੱਛੇ ਤੁਰਨ ਵਾਲੇ ਜੋ ਲੋਕੀ ਸਨ ਉਹ ਇਹੋ ਚੀਜ਼ ਸਮਝਦੇ ਸਨ ਕਿ ਅੰਗਰੇਜ਼ਾਂ ਦੇ ਹੱਕ ਵਿੱਚ ਬੈਠਣਾ ਹੀ ਪੰਜਾਬ ਤੇ ਪੰਥ ਦਾ ਭਲਾ ਹੈ। ਸਿੱਖਾਂ ਲਈ ਅੰਗਰੇਜ਼ਾਂ ਦੀ ਵਫਾਦਾਰੀ ਜੋ ਸੀ ਉਹ ਸੀ ਕਿ ਸਿੱਖ ਧਰਮ ਉਹੀਓ ਹੋਵੇ ਜਿਉਂ ਜਿਹਾ ਅੰਗਰੇਜ਼ ਚਾਵੇ। ਇੱਥੇ ਤੱਕ ਜੋ ਸੋਚ ਸੀ ਉਹ ਸਾਡੇ ਆਗੂਆਂ ਦੀ ਬਣ ਚੁੱਕੀ ਸੀ। ਅੰਗਰੇਜ਼ ਕਿਸੇ ਹਾਲਤ ਵਿੱਚ ਵੀ ਦਰਬਾਰ ਸਾਹਿਬ ਤੇ ਹੋਰ ਪ੍ਰਮੁੱਖ ਜੋ ਗੁਰਧਾਮ ਸਨ ਉਹਨਾਂ ਸੰਸਥਾਵਾਂ ਦਾ ਪ੍ਰਬੰਧ ਸੀ ਉਹ ਸਿੰਘ ਸਭੀਆਂ ਜਾਂ ਹੋਰ ਪੰਥਕ ਜਥੇਬੰਦੀਆਂ ਦੇ ਹੱਥ ਵਿੱਚ ਜਾਣ ਨਹੀਂ ਸਨ ਦੇਣਾ ਚਾਹੁੰਦੇ। ਇਸ ਲਈ ਉਹਨਾਂ ਨੇ ਪੁਜਾਰੀਆਂ ਮਹੰਤਾਂ ਨੂੰ ਉਕਸਾਉਣਾ, ਸ਼ਹਿ ਦੇਣੀ ਸ਼ੁਰੂ ਕੀਤੀ ਅਤੇ ਹਰ ਜੋ ਸੀ ਕੋਸ਼ਿਸ਼ ਕੀਤੀ, ਹੱਥਕੰਡੇ ਅਪਣਾਏ। ਇੱਥੇ ਤੱਕ ਕਹਿ ਦਿੱਤਾ ਕਿ ਜੋ ਸਿੰਘ ਸਭਾ ਲਹਿਰ ਹੈ ਇਹ ਲੋਕੀ ਚੂੜੇ ਚਮਾਰਾਂ ਨੂੰ, ਨੀਚਾਂ ਨੂੰ ਅੰਮ੍ਰਿਤ ਛਕਾ ਕੇ ਇਸ ਕੌਮ ਦੇ ਵਿੱਚ ਸ਼ਾਮਲ ਕਰ ਰਹੇ ਨੇ। ਤੇ ਫਿਰ ਇਸੇ ਤਰੀਕੇ ਦੀ ਵੰਡ, ਇਹੋ ਜਿਹੀਆਂ ਜੋ ਵੰਡਣ ਦੀਆਂ ਨੀਤੀਆਂ ਜੋ ਸਨ ਉਹ ਚਲਾਈਆਂ ਗਈਆਂ। ਜਦੋਂ ਇਸ ਹਾਲਾਤ ਨੂੰ ਅਸੀਂ ਦੇਖਦੇ ਹਾਂ ਕਿ ਗੌਰਮੈਂਟ ਜੋ ਸੀ ਕਿਸ ਹਾਲਾਤ ਵਿੱਚ ਗੁਰਦੁਆਰੇ ਨਹੀਂ ਸੀ ਛੱਡਣਾ ਚਾਹੁੰਦੀ, ਧਾਰਮਿਕ ਤਾਕਤ ਜੋ ਸੀ ਉਹ ਗੁਰਦੁਆਰਿਆਂ ਦੇ ਵਿੱਚੋਂ ਸਿੱਖਾਂ ਨੂੰ ਲੱਭਦੀ ਸੀ। ਦੌਲਤ ਜੋ ਸੀ ਉਹ ਸਿੱਖਾਂ ਦੇ ਨਾਲ ਸੀ। ਜੇ ਉਹ ਆਪਣੇ ਰਾਜ ਅਤੇ ਰਾਜਸੀ ਮਕਸਦਾਂ ਲਈ ਇਹਨਾਂ ਚੀਜ਼ਾਂ ਨੂੰ ਉਹ ਵਰਤਣਾ ਚਾਹੁੰਦੇ ਸਨ। ਫਿਰ 1919 ਵਿੱਚ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ, ਲੋਕਾਂ ਦੇ ਉੱਤੇ ਅੱਤ ਦੇ ਤਸ਼ੱਦਦ ਹੋਏ, ਸਖਤੀਆਂ ਕੀਤੀਆਂ ਗਈਆਂ, ਫਸਾਦ ਹੋਏ, ਵਰਕਰਾਂ ਨੂੰ ਕੈਦਾਂ, ਮੌਤ ਦੀਆਂ ਸਜ਼ਾਵਾਂ, ਗੁਜਰਾਂਵਾਲਾ ਦੇ ਵਿੱਚ ਬੰਬਾਂ ਦੀ ਵਰਖਾ, ਅੰਮ੍ਰਿਤਸਰ 'ਚ ਲੋਕਾਂ ਦੇ ਉੱਤੇ ਜ਼ੁਲਮ, ਬੈਂਤਾਂ ਦੀ ਮਾਰ, ਬੀਬੀਆਂ ਦੀ ਬੇਪਤੀ ਤੇ ਇੱਥੇ ਤੱਕ ਜੋ ਜ਼ੁਲਮ ਸੀ ਉਹ ਜਨਤਾ ਦੇ ਉੱਤੇ ਹੋ ਰਿਹਾ ਸੀ। ਪਰ ਗੁਰਧਾਮਾਂ ਦੀ ਹਾਲਤ ਇਹ ਸੀ ਕਿ ਦੂਜੇ ਪਾਸੇ ਧਾਰਮਿਕ ਤੌਰ ਦੇ ਉੱਤੇ ਤਸ਼ੱਦਦ ਅਤੇ ਜ਼ੁਲਮ ਦੇ ਵਿਤਕਰੇ ਜੋ ਸੀ ਉਹ ਬਰਾਬਰ ਜੋ ਸਨ ਉਹ ਜਾਰੀ ਸਨ। ਸਿੱਖਾਂ ਦੇ ਨਾਲ ਜੋ ਸੀ ਅੱਤ ਦਾ ਜ਼ੁਲਮ ਸੀ, ਪਰ ਸਰਕਾਰ ਸਿੱਖਾਂ ਦੇ ਹੱਕਾਂ ਤੇ ਧਾਰਮਿਕ ਜਜ਼ਬਿਆਂ ਨੂੰ ਜੋ ਸੀ ਉਹ ਲਤਾੜਦੀ ਜਾ ਰਹੀ ਸੀ। ਜਿਵੇਂ ਕਿਰਪਾਨ ਪਾਉਣ ਵਾਲਿਆਂ ਨੂੰ ਪਕੜਨਾ, ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਦਾ ਮਸਲਾ, ਦਰਬਾਰ ਸਾਹਿਬ ਜੀ ਦੇ ਪਾਣੀ ਨੂੰ ਰੋਕਣਾ। ਪਰ ਇਹ ਸਾਰਾ ਕੁਝ ਜੋ ਸੀ ਇੱਕ ਪਾਸੇ ਵਿਤਕਰੇ ਤੇ ਜ਼ੁਲਮ ਸੀ, ਦੂਜੇ ਪਾਸੇ ਜੋ ਸਨ ਪੁਜਾਰੀ ਤੇ ਮਹੰਤ ਜੋ ਸਨ ਉਹਨਾਂ ਨੂੰ ਸ਼ਹਿ ਦਿੱਤੀ ਜਾ ਰਹੀ ਸੀ। ਉਹ ਗੁਰਦੁਆਰਿਆਂ ਵਿੱਚ ਸੁਧਾਰ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਸਨ ਕਰ ਰਹੇ ਅਤੇ ਸਰਕਾਰ ਵਿਰੁੱਧ ਹੋਣ ਦੇ ਫਤਵੇ ਜਾਰੀ ਕਰ ਰਹੇ ਸਨ। ਘਿਰਨਾ ਦੀ ਨਜ਼ਰ ਦੇ ਨਾਲ ਦੇਖਦੇ ਸਨ ਅਤੇ ਸਿੱਖੀ ਤੇ ਪਤਤ ਤੇ ਦਾਗੀ ਹੋਣ ਦੇ ਫਤਵੇ ਜੋ ਸਨ ਦਿੱਤੇ ਜਾ ਰਹੇ ਸਨ। ਤੇ ਜੇਕਰ ਦੂਜਾ ਪੱਖ ਦੇਖੀਏ ਤਾਂ ਦੂਜੇ ਪਾਸੇ ਕੋਈ ਅੰਗਰੇਜ਼ ਜਾਂ ਐਂਗਲੋ ਇੰਡੀਅਨ ਜੋ ਹਾਕਮ ਜਦੋਂ ਆਉਂਦਾ ਉਹਦੇ ਅੱਗੇ ਪਿੱਛੇ ਪਰਿਕਰਮਾ ਕਰਦੇ, ਸਿੱਖਾਂ ਨੂੰ ਚੜਾਉਂਦੇ। ਹਾਲਾਤ ਇੱਥੋਂ ਤੱਕ ਕਿ ਜਨਰਲ ਡਾਇਰ ਵਰਗੇ ਖੂੰਖਾਰ ਨੂੰ ਸਿੱਖ ਬਣਾਉਣ ਦਾ ਨਾਟਕ ਕੀਤਾ ਜਾ ਰਿਹਾ ਸੀ। ਨਿਹੱਥੇ ਲੋਕਾਂ ਦੇ ਕਾਤਲਾਂ ਨੂੰ ਸਿਰੋਪਾ ਜੋ ਕਿ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਨਮਾਨਿਤ ਕੀਤਾ ਜਾ ਰਿਹਾ ਸੀ। ਗੁਰਦੁਆਰਿਆਂ ਦੀਆਂ ਜਾਇਦਾਦਾਂ ਸਰਕਾਰ ਨੇ ਖੁੱਲੇ ਤੌਰ ਤੇ ਮਹੰਤਾਂ ਪੁਜਾਰੀਆਂ ਹਵਾਲੇ ਕੀਤੀਆਂ ਹੋਈਆਂ ਸਨ। ਉਹ ਨਿੱਜੀ ਐਸ਼ ਲਈ ਵਰਤਦੇ ਸਨ। ਧਰਮਸ਼ਾਲਾ, ਗੁਰਦੁਆਰਿਆਂ ਦੇ ਦਰਵਾਜ਼ੇ ਉਹਨਾਂ ਦੀ ਮਰਜ਼ੀ ਦੇ ਨਾਲ ਖੁੱਲਦੇ, ਜਿਸ ਨੂੰ ਮਰਜ਼ੀ ਆਵੇ ਬਾਹਰ ਕੱਢ ਦੇਣ, ਅੰਦਰ ਆਉਣ ਦੇਣ ਜਾਂ ਨਾ ਆਉਣ ਦੇਣ। ਅੰਗਰੇਜ਼ ਸਰਕਾਰ ਨੇ ਆਉਂਦਿਆਂ ਹੀ ਵੱਡੇ ਗੁਰਦੁਆਰਿਆਂ ਦਾ ਜੋ ਪ੍ਰਬੰਧ ਸੀ ਉਹਦੇ ਲਈ ਮਹੰਤ ਚੁਣਨ ਦੇ ਅਧਿਕਾਰ ਜੋ ਸੰਗਤ ਕੋਲ ਹੋਇਆ ਕਰਦੇ ਸਨ ਉਸ ਨੂੰ ਖੋਹ ਕੇ ਰੈਵਨਿਊ ਆਫੀਸਰਸ ਦੇ ਹਵਾਲੇ ਕਰ ਦਿੱਤਾ, ਜਿਨ੍ਹਾਂ ਨੂੰ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਮਾਲਕ ਹੀ ਬਣਾ ਦਿੱਤਾ। 1849 ਦੇ ਵਿੱਚ ਅੰਗਰੇਜ਼ਾਂ ਦੇ ਦਰਬਾਰ ਸਾਹਿਬ ਲਈ ਇੱਕ ਕਮੇਟੀ ਬਣਾ ਕੇ ਇਸ ਦਾ ਸਰਬਰਾਹ ਜੋ ਸੀ ਸਰਕਾਰ ਨੇ ਲਾਉਣਾ ਜੋ ਸੀ ਸ਼ੁਰੂ ਕਰ ਦਿੱਤਾ। ਅੰਗਰੇਜ਼ ਸਿੱਖਾਂ ਦੀ ਤਾਕਤ ਵਿੱਚ ਸਿੱਖਾਂ ਦਾ ਗੁਰੂ ਪ੍ਰਤੀ ਸਿੱਧਕ ਵਿਸ਼ਵਾਸ ਭਰੋਸਾ ਮੰਨਦਾ ਸੀ ਤੇ ਇਹ ਸਮਝਦਾ ਸੀ ਕਿ ਇਹ ਸਭ ਇਸ ਨੂੰ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਤੋਂ ਮਿਲਦਾ ਹੈ। 1881 ਵਿੱਚ ਦਰਬਾਰ ਸਾਹਿਬ ਵਾਲੀ ਕਮੇਟੀ ਚੁੱਪਚਾਪ ਹਟਾ ਦਿੱਤੀ ਗਈ ਅਤੇ ਪ੍ਰਬੰਧ ਸਿੱਧਾ ਜੋ ਸੀ ਉਹ ਸਰਬਰਾਹ ਦੇ ਹੱਥ 'ਚ ਦੇ ਦਿੱਤਾ ਗਿਆ। ਮਨਮਤਾਂ ਦਾ ਬੋਲਬਾਲਾ ਹੋ ਗਿਆ।
ਮੂਰਤੀਆਂ ਜੋ ਸਨ ਉਹਨਾਂ ਨੂੰ ਉੱਥੇ ਸ਼ੋਭਤ ਕਰ ਦਿੱਤਾ ਗਿਆ, ਰੱਖ ਦਿੱਤਾ ਗਿਆ। ਭ੍ਰਿਸ਼ਟਾਚਾਰ ਜੋ ਸੀ ਅੱਤ ਦਰਜੇ ਦਾ ਹੋ ਗਿਆ। ਆਚਰਨਹੀਣਤਾ ਜੋ ਸੀ ਉਹ ਸਾਰੇ ਹੱਦ ਬੰਨੇ ਜੋ ਸੀ ਟੱਪ ਚੁੱਕੀ ਸੀ। ਇਸ ਤਰ੍ਹਾਂ ਸਰਕਾਰ ਨੇ ਸਿੱਖ ਧਰਮ ਨੂੰ ਮਿਲਗੋਬਾ ਕਰਕੇ ਜੜ੍ਹਾਂ 'ਚ ਜੋ ਸੀ ਉਹ ਤੇਲ ਚੋਣ ਦਾ ਕੰਮ ਜੋ ਸੀ ਉਹ ਸ਼ੁਰੂ ਕੀਤਾ ਹੋਇਆ ਸੀ। ਸਰਕਾਰ ਨੇ ਕੁਝ ਜੋ ਸਿੱਖ ਆਗੂ ਤੇ ਜੋ ਸਾਡੀਆਂ ਸੰਸਥਾਵਾਂ ਸਨ, ਜਿਵੇਂ ਚੀਫ ਖਾਲਸਾ ਦੀਵਾਨ ਸੀ, ਇਹਨਾਂ ਨੂੰ ਪੂਰਨ ਤੌਰ ਦੇ ਉੱਤੇ ਆਪਣਾ ਹਮਾਇਤੀ ਬਣਾ ਲਿਆ ਸੀ। ਸੰਸਥਾਵਾਂ ਤੇ ਤਨਾੜ ਸਿੱਖਾਂ ਦਾ ਕਬਜ਼ਾ ਸੀ। ਉਹ ਸਿਰਫ ਆਪਣੇ ਮੁਫਾਦ ਲਈ ਸਰਕਾਰਾਂ ਦੀ ਝੋਲੀ ਦੇ ਵਿੱਚ ਜਾਂ ਸ਼ਰਨ ਵਿੱਚ ਸਨ। ਚੀਫ ਖਾਲਸਾ ਦੀਵਾਨ ਜੋ ਇਸ ਦਾ ਮੁਖੀ ਜੋ ਸਨ ਸੁੰਦਰ ਸਿੰਘ ਮਜੀਠੀਆ ਸਨ। ਧਰਮ ਪ੍ਰਚਾਰ ਦਾ ਕੰਮ ਇਹ ਚੀਫ ਖਾਲਸਾ ਦੀਵਾਨ ਕਰਦਾ ਸੀ, ਪਰ ਸਰਕਾਰ ਨਾਲ ਵੀ ਇਸਨੇ ਹਰ ਤਰ੍ਹਾਂ ਦੀ ਮਿਲਵਰਤਨ ਜੋ ਸੀ ਰੱਖਿਆ ਹੋਇਆ ਸੀ। ਹਾਲਾਤ ਇੱਥੋਂ ਤੱਕ ਸਨ ਕਿ ਸਿੱਖਾਂ ਦੀਆਂ ਆਪਣੀਆਂ ਕਾਨਫਰੰਸਾਂ 'ਚ ਪੰਥ ਨਾਲ ਸੰਬੰਧਿਤ ਮਸਲੇ ਜੋ ਸਨ ਉਹਨਾਂ ਨੂੰ ਚੁੱਕਣ ਨਹੀਂ ਸੀ ਦਿੱਤਾ ਜਾਂਦਾ। 12 ਅਪ੍ਰੈਲ 1914 ਨੂੰ ਜਲੰਧਰ ਸਿੱਖ ਐਜੂਕੇਸ਼ਨਲ ਕਾਨਫਰੰਸ ਵਿੱਚ ਜਦੋਂ ਹਰਚੰਦ ਸਿੰਘ ਨੇ ਗੁਰਦੁਆਰਾ ਰਕਾਬਗੰਜ ਦੀ ਦੀਵਾਰ ਦਾ ਮਸਲਾ ਚੁੱਕਣ ਦਾ ਯਤਨ ਕੀਤਾ, ਉਸ ਨੂੰ ਮਤਾ ਤੱਕ ਨਹੀਂ ਪੇਸ਼ ਕਰ ਦਿੱਤਾ ਗਿਆ। ਇੱਥੇ ਤੱਕ ਜੋ ਸਰਕਾਰ ਦੀ ਵਫਾਦਾਰੀ ਸੀ ਕਿ ਜੇਕਰ ਇਹ ਮਤਾ ਪੇਸ਼ ਹੋ ਗਿਆ ਤਾਂ ਫਿਰ ਅਸੀਂ ਸਰਕਾਰ ਦੇ ਵਿਰੁੱਧ ਸਾਬਤ ਹੋ ਜਾਵਾਂਗੇ। ਕਈ ਵਾਰ ਸਿੱਖਾਂ ਨੇ ਗੁਰਦੁਆਰਾ ਸੁਧਾਰ ਲਈ ਅਤੇ ਸਰਕਾਰਾਂ ਨੂੰ ਜੋ ਸੀ ਉਹ ਮਤੇ ਭੇਜੇ। ਟਾਲ ਮਟੋਲ ਹਰ ਵਾਰ ਹੁੰਦਾ ਰਿਹਾ। ਸਿੱਖ ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਆਪਣੇ ਅਧੀਨ ਲੈਣਾ ਚਾਹੁੰਦੇ ਸਨ। 1918 ਦੇ ਵਿੱਚ ਫਸਟ ਵਰਲਡ ਵਾਰ ਤੋਂ ਬਾਅਦ ਫੌਜੀ ਜੋ ਨੌਕਰੀਆਂ ਤੋਂ ਕੱਢੇ ਗਏ, ਉਹਨਾਂ ਨੇ ਵਾਪਸ ਆ ਕੇ ਸਰਕਾਰ ਦੀਆਂ ਨੀਤੀਆਂ ਜੋ ਸਨ ਉਸ ਤੋਂ ਲੋਕਾਂ ਨੂੰ ਜਾਣੂ ਕਰਵਾਇਆ। ਪੰਜਾਬ ਵਿੱਚ ਸੰਗਤਾਂ ਨੂੰ ਜਾਗਰਤ ਕਰਨ ਲਈ ਲਾਇਲਪੁਰ ਜੋ ਗਰੁੱਪ ਸੀ ਉਹਨਾਂ ਨੇ ਗੁਪਤ ਮੀਟਿੰਗਾਂ ਕਰਕੇ ਅਕਾਲੀ ਪੰਜਾਬੀ ਅਖਬਾਰ ਜੋ ਸੀ ਉਸ ਨੂੰ ਸ਼ੁਰੂ ਕਰਨ ਦਾ ਯਤਨ ਕੀਤਾ। ਅਤੇ ਜਦੋਂ ਅਸੀਂ ਉਹਨਾਂ ਦੇ ਕੁਰਬਾਨੀਆਂ ਵੱਲ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਜਿੰਨੇ ਵੀ ਸਨ ਉਹ ਸਾਰੇ ਪੰਥ ਦਰਦੀ ਤੇ ਕੁਰਬਾਨੀ ਵਾਲੇ ਸਨ। ਜਿੰਨੇ ਵੀ ਉਹਨਾਂ ਦੇ ਪ੍ਰਬੰਧਕ ਸਨ, ਛੇਤੀ ਇਹ ਅਖਬਾਰ ਜੋ ਸੀ ਮਕਬੂਲ ਹੋਇਆ। ਮਾਸਟਰ ਸੁੰਦਰ ਸਿੰਘ ਲਾਇਲਪੁਰੀ ਅਖਬਾਰ ਦੀ ਜਿੰਦ ਜਾਨ ਸਨ ਤੇ ਇਹਨਾਂ ਦੇ ਨਾਲ ਮੰਗਲ ਸਿੰਘ ਤੇ ਹੀਰਾ ਸਿੰਘ, ਇਹਨਾਂ ਨੇ ਆਪਣਾ ਬਾਖੂਬੀ ਜੋ ਸੀ ਰੋਲ ਨਿਭਾਇਆ। ਇਸੇ ਤਰੀਕੇ ਦੇ ਨਾਲ 1919 ਦੇ ਵਿੱਚ ਇਸ ਤੋਂ ਪਹਿਲਾਂ ਮਾਸਟਰ ਸੁੰਦਰ ਸਿੰਘ ਜੀ ਨੇ ਇੱਕ ਪੈਂਫਲੇਟ ਖਾਲਸਾ ਕਾਲਜ ਸਿੱਖਾਂ ਦਾ ਹੈ ਬਣਾ ਕੇ ਸੰਗਤਾਂ ਵਿੱਚ ਵੰਡਿਆ, ਜਿਸ ਦੇ ਨਾਲ ਕਾਫੀ ਹੱਦ ਤੱਕ ਜੋ ਸੀ ਸੰਗਤਾਂ ਜਾਗਰਿਤ ਹੋਈਆਂ ਤੇ ਸਰਕਾਰਾਂ ਜੋ ਸਨ ਉਹ ਆਪਣੇ ਤੌਰ ਦੇ ਉੱਤੇ ਨਮੋਸ਼ ਹੋਈਆਂ। ਅਕਾਲੀ ਅਖਬਾਰ ਦੇ ਅਸਰ ਦੇ ਨਾਲ ਜਥੇ ਬਣਨੇ ਸ਼ੁਰੂ ਹੋ ਗਏ। ਅਕਾਲੀਆਂ ਦੇ ਹੌਸਲੇ ਜੋ ਸਨ ਉਹ ਸ਼ੁਰੂ ਹੋ ਚੁੱਕੀ ਸੀ। ਗੁਰਦੁਆਰਾ ਰਕਾਬਗੰਜ ਦੀ ਕੰਧ ਦੇ ਮੋਰਚੇ ਤੋਂ ਸ਼ੁਰੂ ਹੋਈ ਅਤੇ ਫਿਰ ਸਰਦਾਰ ਸਰਦੂਲ ਸਿੰਘ ਕਵੀਸ਼ਰ ਨੇ ਅਕਾਲੀ ਅਖਬਾਰ ਵਿੱਚ 100 ਸਿੰਘਾਂ ਦਾ ਸ਼ਹੀਦੀ ਜਥਾ ਤਿਆਰ ਕਰਨ ਦੀ ਅਪੀਲ ਕੀਤੀ। ਸਰਦਾਰ ਦਾਨ ਸਿੰਘ ਵਿਛੋਵਾ ਅਤੇ ਅਮਰ ਸਿੰਘ ਜਸਵੰਤ ਸਿੰਘ ਝਬਾਲੀ ਭਰਾਵਾਂ ਨੇ ਵੀ ਲਿਖਤੀ ਤੌਰ ਇਹਨਾਂ ਦੇ ਹੱਕ ਦੇ ਵਿੱਚ ਲਿਖਣਾ ਸ਼ੁਰੂ ਕੀਤਾ। ਨਾਂ ਜੋ ਸਨ ਸ਼ਹੀਦੀ ਜਥੇ ਦੇ ਲਿਖਣੇ ਸ਼ੁਰੂ ਕੀਤੇ। ਟਾਵੇਂ ਛੋਟੇ ਜਥੇ ਜੋ ਸਨ ਉਹ ਸੈਂਟਰਲ ਮਾਝਾ ਦੀਵਾਨ, ਵੀਰ ਖਾਲਸਾ ਦੀਵਾਨ, ਅਕਾਲੀ ਦਲ ਖੜਾ ਤੇ ਇਹੋ ਜਿਹੇ ਜੋ ਜਥੇ ਸਨ ਉਹ ਬਣਨਾ ਸ਼ੁਰੂ ਹੋ ਗਏ। ਇਹਨਾਂ ਰਾਹੀਂ ਹੀ ਗੁਰਦੁਆਰਿਆਂ ਦੇ ਉੱਤੇ ਕਬਜ਼ੇ ਜੋ ਸਨ ਕਰਨੇ ਸ਼ੁਰੂ ਕੀਤੇ। ਭਾਵ ਮਹੰਤਾਂ ਤੋਂ ਜੋ ਗੁਰਦੁਆਰੇ ਸਨ ਉਹ ਛਡਾਉਣ ਦਾ ਯਤਨ ਜੋ ਸੀ ਆਰੰਭ ਹੋ ਚੁੱਕਿਆ ਸੀ। ਅਕਤੂਬਰ 1920 ਦੇ ਵਿੱਚ ਸਿੱਖ ਲੀਗ ਦੇ ਅਜਲਾਸ ਦੇ ਵਿੱਚ ਲਾਹੌਰ 'ਚ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ 1 ਦਸੰਬਰ 1920 ਨੂੰ ਜਥਾ ਜੋ ਸੀ ਉਹ ਦਿੱਲੀ ਭੇਜਣ ਦਾ ਇੱਕ ਮਤਾ ਪਾਸ ਹੋਇਆ ਕਿ ਵਾਇਸਰਾਏ ਦੀ ਕੋਠੀ ਦੇ ਬਾਹਰ ਰਕਾਬਗੰਜ ਦੀ ਕੰਧ ਦੇ ਢਾਣ ਦੇ ਰੋਸ ਦੇ ਵਿਰੁੱਧ ਇੱਕ ਧਰਨਾ ਲਾਇਆ ਜਾਵੇਗਾ। ਸਰਕਾਰ ਨੂੰ ਇਸ ਦੀ ਸੂਹ ਮਿਲ ਗਈ ਤੇ ਸਰਕਾਰ ਨੂੰ ਥੋੜੀ ਜਿਹੀ ਹੋਸ਼ ਇਸ ਮਸਲੇ ਦੇ ਉੱਤੇ ਆਈ, ਚਿੰਤਤ ਹੋਈ। ਮਹਾਰਾਜਾ ਨਾਭਾ ਨੂੰ ਜੋ ਸੀ ਵਿਚੋਲਾ ਕਰਕੇ ਇਸ ਮਸਲੇ ਦਾ ਹੱਲ ਕੱਢਿਆ। ਉਹ ਦੀਵਾਰ ਜੋ ਸੀ ਤਿਆਰ ਕਰ ਲਈ ਗਈ ਅਤੇ ਸਿੱਖ ਕੌਮ ਦੀ ਵੱਡੀ ਜਿੱਦ ਤੇ ਉਤਸ਼ਾਹ ਜੋ ਸੀ ਇਸ ਤੋਂ ਬਾਅਦ ਉਹਨਾਂ ਦੇ ਵਿੱਚ ਹੋਰ ਵਧਿਆ ਕਿ ਭਾਈ ਅਸੀਂ ਆਪਣੇ ਗੁਰਧਾਮਾਂ ਦੇ ਵਾਸਤੇ ਗੁਰਧਾਮਾਂ ਦੀ ਰਾਖੀ, ਗੁਰਧਾਮਾਂ ਦੀ ਜਾਇਦਾਦਾਂ ਦੀ ਰਾਖੀ ਤੇ ਗੁਰਧਾਮਾਂ ਨੂੰ ਆਜ਼ਾਦ ਕਰਨ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ। ਹਾਲਾਂਕਿ ਸਰਕਾਰ ਕਿਸੇ ਵੀ ਹਾਲਾਤ ਵਿੱਚ ਦਰਬਾਰ ਸਾਹਿਬ, ਖਾਲਸਾ ਕਾਲਜ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਜੋ ਸੀ ਉਹ ਹੱਥੋਂ ਨਹੀਂ ਸੀ ਜਾਣ ਦੇਣਾ ਚਾਹੁੰਦੀ ਅਤੇ ਉਸੇ ਨੀਤੀ ਨੂੰ ਵਰਤ ਕੇ ਮਹੰਤਾਂ ਨੂੰ ਪੰਥ ਤੋਂ ਬਾਗੀ ਕਰ ਦਿੱਤਾ ਗਿਆ। ਸਰਕਾਰ ਵਿੱਚ ਨਾ ਹੁੰਦੀ ਤਾਂ ਮਹੰਤ ਜੋ ਸਨ ਉਹ ਆਪਣੇ ਆਪ ਹੀ ਸਿੱਖ ਕੌਮ ਦੇ ਨਾਲ ਸਮਝੌਤਾ ਕਰ ਲੈਂਦੇ, ਗੱਲਬਾਤ ਕਰਦੇ, ਪਰ ਸਰਕਾਰ ਨੇ ਉਹਨਾਂ ਨੂੰ ਇੱਥੇ ਤੱਕ ਉਕਸਾਇਆ, ਉਹਨਾਂ ਦੀ ਪਿੱਠ ਥਪਥਪਾਈ ਕਿ ਉਹ ਸਿੱਧੇ ਹੀ ਪੰਥ ਦੇ ਮੁਕਾਬਲੇ ਦੇ ਉੱਤੇ ਆਪਣੇ ਆਪ ਨੂੰ ਖੜਾ ਕਰ ਗਏ ਅਤੇ ਗੁਰਧਾਮਾਂ ਦੇ ਵਿੱਚ ਜੋ ਆਪਣੀਆਂ ਮਨਮਾਨੀਆਂ ਸਨ ਉਹਨਾਂ ਨੂੰ ਆਪਣੀ ਨਿੱਜੀ ਜਾਇਦਾਦ ਸਮਝ ਕੇ ਕਰ ਰਹੇ ਸਨ। ਸਰਕਾਰ ਦੀ ਟੈਸਟ ਡੋਜ਼ ਦੇ ਤੌਰ ਦੇ ਉੱਤੇ ਸਰਕਾਰ ਨੇ ਗੁਰਦੁਆਰਾ ਬੇਰ ਸਾਹਿਬ ਜੋ ਸਿਆਲਕੋਟ ਸੀ ਉਸ ਦਾ ਸਰਬਰਾਹ ਜੋ ਸੀ ਇੱਕ ਗੈਰ ਸਿੱਖ ਗੰਡਾ ਸਿਉ ਨੂੰ ਬਣਾ ਦਿੱਤਾ। ਉੱਥੇ ਦਾ ਮਹੰਤ ਜੋ ਸੀ ਹਰਨਾਮ ਸਿਉ ਉਹ ਸ਼ਰਾਬੀ ਤੇ ਦੁਰਾਚਾਰੀ ਸੀ। ਸਿੱਖਾਂ ਨੇ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਤਹਿਰੀਕ ਚਲਾਈ। ਲਹਿਰ ਦੇ ਆਗੂ ਜਵਾਹਰ ਸਿੰਘ ਜੀ ਜਦੋਂ ਪਹੁੰਚੇ ਨੇ ਉਹਨਾਂ ਨੂੰ ਕੁੱਟਿਆ ਗਿਆ। ਉਸ ਵੇਲੇ ਪੰਜਾਬ ਝਬਾਲੀਏ ਜੋ ਭਰਾ ਸਨ ਉਹ ਵੀ ਆਪਣੇ ਨਾਲ ਜਥਾ ਲੈ ਕੇ ਪਹੁੰਚੇ। ਸਰਦਾਰ ਖੜਕ ਸਿੰਘ ਜੀ ਨੇ ਸੰਗਰਾਮ ਨੂੰ ਹੋਰ ਜੋ ਸੀ ਜੋਸ਼ ਤੇ ਜੋ ਸੀ ਦਿੱਤਾ ਤੇ ਇਹਨਾਂ ਸਿੰਘਾਂ ਦੇ ਵਿਰੁੱਧ ਮੁਕੱਦਮੇ ਦਰਜ ਹੋਏ
ਆਖਰ ਸਰਕਾਰ ਨੂੰ ਝੁਕਣਾ ਪਿਆ। ਗੰਢਾ ਸੀ ਉਹਨੂੰ ਹਟਾ ਕੇ 13 ਮੈਂਬਰ ਜੋ ਕਮੇਟੀ ਸੀ ਉਹ ਅੰਮ੍ਰਿਤਧਾਰੀ ਗੁਰਸਿੱਖਾਂ ਦੀ ਬਣਾਈ ਗਈ, ਜਿਸ ਨੇ ਆਪਣੇ ਹੱਥ ਦੇ ਵਿੱਚ ਗੁਰਦੁਆਰਾ ਬੇਰ ਸਾਹਿਬ ਜੋ ਸਿਆਲਕੋਟ ਦਾ ਪ੍ਰਬੰਧ ਸੀ ਲੈ ਲਿਆ। ਹੁਣ ਸਿੱਖਾਂ ਦਾ ਧਿਆਨ ਜੋ ਸੀ ਉਹ ਕੇਂਦਰੀ ਅਸਥਾਨ ਦਰਬਾਰ ਸਾਹਿਬ ਨੂੰ ਪੁਜਾਰੀਆਂ ਤੋਂ ਆਜ਼ਾਦ ਕਰਵਾ ਕੇ ਪੰਥ ਦੇ ਹਵਾਲੇ ਕਰਨਾ ਸੀ, ਜਿਸ ਤੋਂ ਬਿਨਾਂ ਬਾਕੀ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਬੜਾ ਮੁਸ਼ਕਲ ਸੀ। ਜਿੱਥੇ ਤੱਕ ਅਸੀਂ ਗੁਰਦੁਆਰਾ ਨਨਕਾਣਾ ਸਾਹਿਬ ਜੀ ਦੀ ਗੱਲ ਕਰਦੇ ਹਾਂ, ਉੱਥੇ ਦੀ ਹਾਲਤ ਬਹੁਤ ਮਾੜੀ ਸੀ, ਪਰ ਉੱਥੇ ਪੁੱਜਣ ਤੋਂ ਪਹਿਲਾਂ ਸਿੱਖ ਕੌਮ ਦੇ ਕੋਲ ਇੱਕ ਤਕੜੀ ਜਥੇਬੰਦੀ ਦਾ ਹੋਣਾ ਜ਼ਰੂਰੀ ਸੀ, ਅਤੇ ਖਾਸ ਕਰਕੇ ਕੇਂਦਰੀ ਅਸਥਾਨ ਦਰਬਾਰ ਸਾਹਿਬ ਦੇ ਜੋ ਸੀ ਉਹ ਸਿੱਖ ਕੌਮ ਦੇ ਪ੍ਰਬੰਧ ਦੇ ਅਧੀਨ ਹੋਣਾ ਬੜਾ ਜ਼ਰੂਰੀ ਸੀ। ਦਰਬਾਰ ਸਾਹਿਬ ਦੇ ਨਾਲ ਹੋਰ ਪ੍ਰਮੁੱਖ ਗੁਰਦੁਆਰੇ ਜੋ ਸਨ ਉਹਨਾਂ ਦੇ ਕੋਲ ਵੀ ਕਾਫੀ ਜਾਇਦਾਦ ਸੀ। ਖਾਲਸਾ ਰਾਜ ਦੇ ਅੰਤ ਦੇ ਨਾਲ ਅੰਗਰੇਜ਼ਾਂ ਦੇ ਨੇ ਸਿੱਧੇ ਤੌਰ ਦੇ ਉੱਤੇ ਇਹ ਸਾਰੇ ਪ੍ਰਬੰਧ ਨੂੰ ਜਦੋਂ ਆਪਣੇ ਅਧੀਨ ਕੀਤਾ, ਤਾਂ ਉਸ ਵੇਲੇ ਇਹ ਜੋ ਦਰਬਾਰ ਸਾਹਿਬ ਦਾ ਪ੍ਰਬੰਧ ਸੀ ਆਪਣੇ ਹਜੂਰੀਏ ਅਰੂੜ ਸਿੰਘ ਜੋ ਆਨਰੇਰੀ ਮੈਜਿਸਟ੍ਰੇਟ ਨੁਸ਼ਹਿਰਾ ਨੰਗਲੀ ਸੀ ਉਸ ਦੇ ਹਵਾਲੇ ਕੀਤਾ। ਦਰਬਾਰ ਸਾਹਿਬ ਦੇ ਪ੍ਰਬੰਧ ਦੀ ਹਾਲਤ ਹੋਰ ਵੀ ਨਿਗੜ ਗਈ ਸੀ। ਤਰਨਤਾਰਨ ਸਾਹਿਬ ਦੀ ਜਦੋਂ ਹਾਲਤ ਦੇਖੀ ਜਾਂਦੀ ਸੀ ਉਸ ਦੀ ਹਾਲਤ ਹੋਰ ਵੀ ਖਰਾਬ ਸੀ। ਭਾਵ ਇਹ ਅਸਥਾਨ ਗੁਰਧਾਮਾਂ ਦੀ ਦਿੱਖ ਘੱਟ ਅਤੇ ਗੁੰਡਾਗਰਦੀ ਐਸ਼ ਅਕਸ਼ਰ ਦੇ ਜੋ ਅੱਡੇ ਸਨ ਉਹ ਜ਼ਿਆਦਾ ਦਿਸ ਰਹੇ ਸਨ। ਮਿਸਾਲ ਦੇ ਤੌਰ ਦੇ ਉੱਤੇ ਮੱਸਿਆ ਦਾ ਮੇਲਾ ਜਿਹੜਾ ਸੀ ਬੜਾ ਜ਼ੋਰ ਸ਼ੋਰ ਦੇ ਨਾਲ ਉਹ ਤਰਨਤਾਰਨ ਸਾਹਿਬ ਦੀ ਧਰਤੀ ਦੇ ਉੱਤੇ ਮਨਾਇਆ ਜਾਂਦਾ ਸੀ ਉਸ ਦਰਬਾਰ ਸਾਹਿਬ ਦੇ ਅੰਦਰ। ਤੇ ਇਸ ਮੇਲੇ ਦੇ ਉੱਤੇ ਗੁੰਡਿਆਂ ਬਦਮਾਸ਼ਾਂ ਦੀਆਂ ਟੋਲੀਆਂ ਪ੍ਰਕਰਮਾਂ 'ਚ ਗੁੰਡਾਗਰਦੀ ਕਰਦੀਆਂ, ਨਾਚੀਆਂ ਦੇ ਨਾਚ ਹੁੰਦੇ, ਬੀਬੀਆਂ ਜੋ ਸਨ ਦੇ ਉੱਤੇ ਬੇਰ ਤੇ ਲੱਡੂ ਜੋ ਮਾਰੇ ਜਾਂਦੇ, ਬੇਬੀਆਂ ਨੂੰ ਬੇਪਤੀ ਕੀਤੀ ਜਾਂਦੀ, ਲੜਾਈਆਂ ਝਗੜੇ ਹੁੰਦੇ, ਕੁਕਰਮ ਕਮਾਏ ਜਾਂਦੇ। ਇੱਕ ਪਾਸੇ ਅਰੂੜ ਸਿੰਘ ਕਾਤਲਾਂ ਨੂੰ ਸਨਮਾਨ ਦੇ ਰਿਹਾ ਸੀ, ਕੋਈ ਪੁਜਾਰੀ ਕੜਾਹ ਪ੍ਰਸ਼ਾਦ 'ਚ ਤਮਾਕੂ ਮਿਲਾਉਣ ਦੀ ਗੱਲ ਕਰ ਰਿਹਾ ਸੀ, ਤੇ ਕੋਈ ਮਹੰਤ ਪੁਜਾਰੀ ਕਹਿ ਰਿਹਾ ਸੀ ਲੋਕਾਂ ਦੀਆਂ ਦੁਕਾਨਾਂ ਦੀ ਤਰ੍ਹਾਂ ਇਹ ਦਰਬਾਰ ਸਾਹਿਬ ਵੀ ਸਾਡੀ ਦੁਕਾਨ ਹੈ, ਮਨਮਰਜ਼ੀ ਦਾ ਸੌਦਾ ਵੇਚਾਂਗੇ। ਗ੍ਰੰਥੀ ਦੇ ਪੁੱਤਰ ਨੇ ਇੱਥੋਂ ਤੱਕ ਕਹਿ ਦਿੱਤਾ ਜਦੋਂ ਰੋਸ ਪ੍ਰਗਟ ਕੀਤਾ ਗਿਆ ਕਿ ਭਈ ਧੀਆਂ ਭੈਣਾਂ ਦੀ ਬੇਪਤੀ ਕੀਤੀ ਜਾਂਦੀ ਹੈ, ਇੱਥੇ ਗੁੰਡਾਗਰਦੀ ਹੁੰਦੀ ਹੈ, ਤਾਂ ਪੁਜਾਰੀ ਦਾ ਪੁੱਤਰ ਇੱਥੇ ਤੱਕ ਕਹਿੰਦਾ ਸੀ ਜੋ ਔਰਤਾਂ ਦਰਬਾਰ ਸਾਹਿਬ ਆਉਣਗੀਆਂ ਅਸੀਂ ਬੇਪਤ ਕਰਾਂਗੇ, ਜਿਨ੍ਹਾਂ ਨੂੰ ਸ਼ਰਮ ਹੈ ਉਹ ਇੱਥੇ ਆਉਣ ਹੀ ਨਾ। ਮਹੰਤ ਤੇ ਪੁਜਾਰੀ ਬਹੁਤ ਭੈੜਾ ਵਰਤਾਓ ਜੋ ਹਨ ਕਰ ਰਹੇ ਸਨ। ਸੁੰਦਰ ਸਿੰਘ ਮਜੀਠੀਆ ਦੇ ਪੁੱਤਰ ਕਿਰਪਾਲ ਸਿੰਘ ਦਾ ਜਦੋਂ ਵਿਆਹ ਕਰਵਾਇਆ ਗਿਆ, ਹਾਲਾਂਕਿ ਉਹ ਸਰਕਾਰ ਦੀਆਂ ਅਸੀਂ ਕਹਿ ਸਕਦੇ ਹਾਂ ਭਾਈ ਉਹਨਾਂ ਦੀਆਂ ਨੀਤੀਆਂ ਦੇ ਨਾਲ ਸਹਿਮਤ ਹੀ ਮੰਨੇ ਜਾ ਸਕਦੇ ਸਨ, ਚੰਗੇ ਅਸਰ ਰਸੂਖ ਵਾਲੇ ਸਨ, ਸਰਕਾਰ ਦੇ ਵਿੱਚ ਉਹਨਾਂ ਦਾ ਚੰਗਾ ਰੁਤਬਾ ਸੀ, ਪਰ ਜਦੋਂ ਆਪਣੇ ਬੱਚੇ ਕਿਰਪਾਲ ਸਿੰਘ ਦਾ ਵਿਆਹ ਕਰਵਾ ਕੇ ਦਰਬਾਰ ਸਾਹਿਬ ਕੜਾਹ ਪ੍ਰਸ਼ਾਦ ਲੈ ਕੇ ਅਰਦਾਸ ਕਰਾਉਣ ਨੂੰ ਆਏ, ਭੇਟ ਕਰਨ ਨੂੰ ਆਏ, ਪੁਜਾਰੀਆਂ ਨੇ ਅਰਦਾਸ ਕਰਨ ਤੋਂ ਨਾ ਕਰ ਦਿੱਤੀ ਤੇ ਇਹ ਗੱਲ ਕਹੀ ਕਿ ਇਹ ਜੋ ਵਿਆਹ ਹੈ ਇਹ ਆਨੰਦ ਰੀਤੀ ਅਨੁਸਾਰ ਹੋਇਆ ਹੈ, ਇਸ ਕਰਕੇ ਪੁਜਾਰੀ ਇਹਦੀ ਅਰਦਾਸ ਨਹੀਂ ਕਰਨਗੇ। ਭਾਵ ਗੁਰਧਾਮਾਂ ਦੇ ਉੱਤੇ ਇਤਨੀ ਮਨਮਤ ਜੋ ਸੀ ਉਹ ਪ੍ਰਬਲ ਸੀ। ਸਿੰਘ ਸਭਾ ਲਹਿਰ ਨੇ ਬਹੁਤ ਸਾਰੇ ਅਖੌਤੀ ਨੀਚ ਕਹਾਏ ਜਾਣ ਵਾਲੇ ਰਵਿਦਾਸੀ ਤੇ ਮਜਬੀਆਂ ਨੂੰ ਅੰਮ੍ਰਿਤਪਾਨ ਕਰਵਾਇਆ। ਹਰ ਸਾਲ ਅੰਮ੍ਰਿਤਸਰ ਵਿੱਚ ਉਹਨਾਂ ਦੀ ਬਹੁਤ ਵੱਡੀ ਜੋ ਸੀ ਗਿਣਤੀ ਸੀ, ਉਹ ਅੰਮ੍ਰਿਤਸਰ ਦੇ ਵਿੱਚ ਇੱਕ ਦੀਵਾਨ ਕਰਦੇ ਸਨ। 11-12 ਅਕਤੂਬਰ 1920 ਨੂੰ ਵੀ ਇਹਨਾਂ ਨੇ ਦੀਵਾਨ ਕੀਤਾ। ਨਵੇਂ ਸਜੇ ਸਿੰਘ ਜੋ ਸਨ ਉਹ ਕੜਾਹ ਪ੍ਰਸ਼ਾਦ ਲੈ ਕੇ ਦਰਬਾਰ ਸਾਹਿਬ ਆਏ, ਉਹਨਾਂ ਦੇ ਨਾਲ ਖਾਲਸਾ ਕਾਲਜ ਦੇ ਪ੍ਰੋਫੈਸਰ ਤੇ ਵਿਦਿਆਰਥੀ ਵੀ ਸਨ। ਪੁਜਾਰੀਆਂ ਨੇ ਅਰਦਾਸ ਨਾ ਕੀਤੀ। ਉਸ ਵੇਲੇ ਕਰਤਾਰ ਸਿੰਘ ਜੀ ਚੱਬਰ, ਤੇਜਾ ਸਿੰਘ ਜੀ ਪੁੱਚਰ, ਉਹਨਾਂ ਨੂੰ ਜਦੋਂ ਪਤਾ ਲੱਗਾ ਉਹ ਹਥਿਆਰਬੰਦ ਹੋ ਕੇ ਆਏ, ਉਹਨਾਂ ਨੇ ਆ ਕੇ ਅਰਦਾਸ ਕੀਤੀ। ਪੁਜਾਰੀ ਡਰ ਦੇ ਮਾਰੇ ਦੌੜ ਗਏ। ਉੱਥੇ ਹੀ ਕਬਜ਼ਾ ਜੋ ਸੀ ਉਹ ਪੰਥਕ ਜਥੇਬੰਦੀ ਅਕਾਲੀਆਂ ਦਾ ਹੋ ਗਿਆ। ਫਿਰ ਸਾਰੀ ਸੰਗਤ ਜੋ ਸੀ ਉਹ ਅਕਾਲ ਤਖਤ ਸਾਹਿਬ ਪਹੁੰਚੀ। ਉੱਥੇ ਦੇ ਪੁਜਾਰੀ ਜੋ ਸਨ ਉਹ ਵੀ ਉੱਥੋਂ ਡਰ ਦੇ ਮਾਰੇ ਦੌੜ ਗਏ। 5 ਮੈਂਬਰਸ ਕਮੇਟੀ ਜੋ ਸੀ ਉਸ ਭਾਈ ਕਰਤਾਰ ਸਿੰਘ ਜੀ ਝੱਬਰ ਜੀ ਦੀ ਅਗਵਾਈ ਦੇ ਵਿੱਚ ਉਸੇ ਦਿਨ ਜੋ ਸੀ ਉੱਥੇ ਬਣਾ ਦਿੱਤੀ ਗਈ। ਭਾਵ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਜੋ ਸਨ ਉਹ ਪੰਥਕ ਪ੍ਰਬੰਧ ਦੇ ਅਧੀਨ ਲੈ ਆਏ। 15 ਨਵੰਬਰ 1920 ਨੂੰ ਅਕਾਲ ਤਖਤ ਸਾਹਿਬ ਤੇ ਇਕੱਠ ਸੱਦਿਆ ਗਿਆ। ਸਰਕਾਰ ਨੇ ਫੇਲ ਕਰਨ ਲਈ 36 ਮੈਂਬਰੀ ਕਮੇਟੀ ਬਣਾਈ। 15-16 ਨਵੰਬਰ ਨੂੰ ਅਕਾਲ ਸਾਹਿਬ ਤੇ ਇਕੱਠ ਕਰਕੇ 175 ਮੈਂਬਰਾਂ ਦੀ ਕਮੇਟੀ ਜੋ ਸੀ ਉਹ ਚੁਣੀ ਗਈ, ਜਿਹਦੇ ਮੁਖੀ ਜੋ ਸਨ ਸੁੰਦਰ ਸਿੰਘ ਮਜੀਠੀਆ ਨੂੰ ਬਣਾਇਆ ਗਿਆ, ਉਹਨਾਂ ਨੂੰ ਪ੍ਰਧਾਨਤਾ ਦਾ ਅਹੁਦਾ ਦਿੱਤਾ ਗਿਆ। ਹੁਣ ਗੁਰਦੁਆਰਾ ਸੁਧਾਰ ਲਹਿਰ ਜੋ ਸੀ ਇਹਦੇ ਵਿੱਚ ਤੇਜ਼ੀ ਆ ਚੁੱਕੀ ਸੀ। ਸ਼ਹੀਦੀ ਜਥੇ ਜੋ ਸਨ ਉਹ ਤਿਆਰ ਹੋ ਰਹੇ ਸਨ। ਸਿੱਖਾਂ ਨੇ ਗੁਰੂ ਘਰਾਂ ਦੇ ਪ੍ਰਬੰਧ ਜੋ ਸਨ ਉਹ ਆਪਣੇ ਹੱਥ ਵਿੱਚ ਲੈਣਾ ਸ਼ੁਰੂ ਕਰ ਦਿੱਤੇ ਸਨ ਤੇ ਇਸੇ ਕੜੀ ਦੇ ਵਿੱਚ 18 ਦਸੰਬਰ 1920 ਨੂੰ ਅਮਰ ਸਿੰਘ ਝਬਾਲ ਅਤੇ ਕਰਤਾਰ ਸਿੰਘ ਝੱਬਰ ਨੇ ਪੋਠੋਹਾਰ ਦੇ ਗੁਰਦੁਆਰਾ ਪੰਜਾ ਸਾਹਿਬ ਦੇ ਉੱਤੇ ਜਾ ਕੇ ਆਪਣੇ ਜਥੇ ਦੇ ਨਾਲ ਕਬਜ਼ਾ ਕਰਕੇ ਉੱਥੇ ਪ੍ਰਬੰਧਕ ਕਮੇਟੀ ਬਣਾ ਲਈ। 26 ਜਨਵਰੀ 1921 ਨੂੰ 40 ਸਿੰਘਾਂ ਦਾ ਜਥਾ ਤਰਨਤਾਰਨ ਸਾਹਿਬ ਜੀ ਦੀ ਆਜ਼ਾਦੀ ਲਈ ਚਲਿਆ। ਰਾਤ 9 ਵਜੇ ਸ਼ਰਾਬੀ ਟੋਲਾ ਪੁਜਾਰੀਆਂ ਨੇ ਸ਼ਾਂਤਮਈ ਅਕਾਲੀ ਜਥੇ ਦੇ ਉੱਤੇ ਹਮਲਾ ਕਰ ਦਿੱਤਾ। ਸਿੰਘਾਂ ਦੇ ਜੋ ਨੇ ਫੱਟੜ ਹੋਏ। ਭਾਈ ਹਜ਼ਾਰਾ ਸਿੰਘ ਤੇ ਹੁਕਮ ਸਿੰਘ ਗੁਰਦਾਸਪੁਰ ਵਾਲੇ ਦੂਜੇ ਦਿਨ ਜੋ ਸਨ ਸ਼ਹਾਦਤ ਦਾ ਜਾਮ ਪੀ ਗਏ। ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਇਹ ਪਹਿਲੇ ਸ਼ਹੀਦ ਸਨ। ਹੋਰ ਜਥੇ ਜੋ ਸਨ ਤਰਨਤਾਰਨ ਸਾਹਿਬ ਪੁੱਜ ਗਏ ਅਤੇ ਜੋ ਸੀ ਤਰਨਤਾਰਨ ਸਾਹਿਬ ਦੇ ਪੁਜਾਰੀਆਂ ਤੋਂ ਉਹ ਪ੍ਰਬੰਧ ਜੋ ਸੀ ਪੰਥਕ ਜੋ ਹੈ ਪੰਥ ਦੇ ਅਧੀਨ ਕਰ ਲਿਆ ਗਿਆ।
ਨੌਰੰਗਾਬਾਦ ਖਡੂਰ ਸਾਹਿਬ ਦੇ ਗੁਰਦੁਆਰੇ ਸਾਹਿਬ ਨੂੰ ਆਜ਼ਾਦ ਕਰਾਇਆ ਗਿਆ। ਇਹ ਸਾਰੇ ਹਾਲਾਤ ਸਨ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਵਰਤਿਆ। ਮਹੰਤ ਨਾਰਾਇਣ ਦਾਸ ਉਸ ਵੇਲੇ ਨਨਕਾਣਾ ਸਾਹਿਬ ਦਾ ਇੱਕ ਮਹੰਤ ਸੀ। ਇਸ ਤੋਂ ਪਹਿਲੇ ਦੋ ਮਹੰਤ ਜੋ ਸਨ ਸ਼ਰਾਬੀ ਤੇ ਦੁਰਾਚਾਰੀ ਹੋਣ ਕਰਕੇ ਕਈ ਗੁਪਤ ਰੋਗਾਂ ਦਾ ਸ਼ਿਕਾਰ ਹੋ ਕੇ ਮਰ ਗਏ ਸਨ। ਮਹੰਤ ਨਾਰਾਇਣ ਦਾਸ ਨੇ ਜਦੋਂ ਇਸ ਅਸਥਾਨ ਦਾ ਪ੍ਰਬੰਧ ਸੰਭਾਲਿਆ ਤਾਂ ਉਸ ਨੇ ਸਿੱਖ ਸੰਗਤ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਪਹਿਲੇ ਵਾਲੇ ਮਹੰਤਾਂ ਦੇ ਵਰਗੇ ਕੁਕਰਮ ਜੋ ਹੈ ਬਿਲਕੁਲ ਛੱਡ ਦੇਵੇਗਾ। ਕੋਈ ਵੀ ਸ਼ਿਕਾਇਤ ਜਾਂ ਇਲਜ਼ਾਮ ਜਦੋਂ ਉਹਦੇ ਉੱਤੇ ਆਵੇਗਾ ਉਹ ਅਸਤੀਫਾ ਦੇ ਦੇਵੇਗਾ। ਉਹਨਾਂ ਤੋਂ ਅੱਗੇ ਹੀ ਇਹ ਨਿਕਲ ਗਿਆ, ਆਪਣੇ ਕੁਕਰਮਾਂ ਕਰਕੇ ਇਹ ਉਹਨਾਂ ਦੇ ਕੁਕਰਮਾਂ ਨੂੰ ਵੀ ਮਾਤ ਪਾ ਗਿਆ। ਇਸ ਅਸਥਾਨ ਇਹ ਗੁਰੂ ਘਰ ਨਾ ਰਿਹਾ, ਬਲਕਿ ਇਹ ਅਸਥਾਨ ਜੋ ਸੀ ਅਫੀਮੀ, ਪੋਸਤੀ, ਚਰਸੀਆਂ, ਕਾਤਲਾਂ, ਡਾਕੂਆਂ, ਵਿਭਚਾਰੀਆਂ ਦੀ ਪਨਾਹਗਾਹ ਬਣ ਗਿਆ ਅਤੇ ਪੂਰਨ ਤੌਰ ਦੇ ਉੱਤੇ ਮਹੰਤ ਨੇ ਇਹੋ ਜਿਹੇ ਜੋ ਸਨ ਅਨਸਰ ਉਹਨਾਂ ਨੂੰ ਇੱਥੇ ਸ਼ਹਿ ਦਿੱਤੀ ਹੋਈ ਸੀ, ਉਹਨਾਂ ਨੂੰ ਟਿਕਾਣਾ ਦਿੱਤਾ ਹੋਇਆ ਸੀ। ਇਸ ਮਹੰਤ ਨੇ ਇੱਕ ਮਿਰਾਸਨ ਜੋ ਸੀ ਉਸ ਨੂੰ ਰੱਖ ਲਿਆ। ਫਿਰ ਲਾਹੌਰ ਤੋਂ ਵੇਸ਼ਵਾਵਾਂ ਨੂੰ ਮੰਗਾ ਕੇ ਨਾਚੀਆਂ ਦੇ ਨਾਚ ਜੋ ਸਨ ਉਹ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦੇ ਅੰਦਰ ਕਰਵਾਏ। ਭਾਵ ਕਿ ਇਤਿਹਾਸਕ ਪੱਖ ਤੋਂ ਜੋ ਹਾਲਾਤ ਸਨ ਉਹ ਇੱਥੇ ਤੱਕ ਨਿਗਾਰ ਵੱਲ ਚਲੇ ਗਏ ਕਿ ਬਿਲਕੁਲ ਉਸੇ ਤਰ੍ਹਾਂ ਮੱਸੇ ਰੰਗੜ ਵਾਲੇ ਹਾਲਾਤ ਜੋ ਸਨ ਉਹ ਬਣਾ ਦਿੱਤੇ ਗਏ ਕਿ ਨਾਚੀਆਂ ਦੇ ਨਾਚ ਜੋ ਸਨ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਸ਼ੁਰੂ ਕਰਵਾ ਦਿੱਤੇ ਗਏ। ਸੰਗਤਾਂ ਨੂੰ ਜਿਵੇਂ ਜਿਵੇਂ ਇਹਨਾਂ ਗੱਲਾਂ ਦਾ ਪਤਾ ਲੱਗਾ, ਸੰਗਤਾਂ ਦੇ ਵਿੱਚ ਰੋਸ ਜੋ ਸੀ ਉਹ ਪ੍ਰਚੰਡ ਹੋਣਾ ਸ਼ੁਰੂ ਹੋ ਗਿਆ। ਸਰਕਾਰ ਤੱਕ ਪਹੁੰਚ ਕੀਤੀ ਗਈ, ਮਤੇ ਪਾਏ ਗਏ, ਪਰ ਕਿਸੇ ਕਿਸਮ ਦਾ ਵੀ ਉਸ ਮਹੰਤ ਦੇ ਉੱਤੇ ਅਸਰ ਜੋ ਨਾ ਹੋਇਆ, ਕਿਉਂਕਿ ਉਸ ਨੂੰ ਪੂਰਨ ਤੌਰ ਦੇ ਉੱਤੇ ਸਰਕਾਰ ਦੀ ਜੋ ਸ਼ਹਿ ਸੀ, ਸਰਪ੍ਰਸਤੀ ਜੋ ਸੀ ਉਹ ਮਿਲੀ ਹੋਈ ਸੀ। ਦੂਜੇ ਪਾਸੇ ਗੁਰਧਾਮਾਂ ਦੇ ਉੱਤੇ ਪੰਥਕ ਤੌਰ ਦੇ ਉੱਤੇ ਬਣਦੀਆਂ ਹੋਈਆਂ ਕਮੇਟੀਆਂ, ਉੱਥੋਂ ਪੁਜਾਰੀਆਂ ਤੋਂ ਪ੍ਰਬੰਧ ਲੈਣ ਦੇ ਕਾਰਨ ਸਿੱਖਾਂ ਦੇ ਅੰਦਰ ਉਤਸ਼ਾਹ ਤੇ ਬਲਬਲਾ ਜੋ ਸੀ ਉਹ ਠਾਠਾ ਮਾਰ ਰਿਹਾ ਸੀ। ਤੇ ਜਦੋਂ ਜਦੋਂ ਇਹ ਖਬਰ ਨਨਕਾਣਾ ਸਾਹਿਬ ਜੀ ਦੇ ਉੱਤੇ ਹੋ ਰਹੀਆਂ, ਉਸ ਜਨਮ ਸਥਾਨ ਦੇ ਉੱਤੇ ਹੋ ਰਹੀਆਂ ਕੁਰੀਤੀਆਂ ਦੀ ਪੁੱਜਦੀ, ਤਾਂ ਉਸ ਵੇਲੇ ਸਿੱਖਾਂ ਦੇ ਅੰਦਰ ਜੋ ਸਨ ਉਹ ਭਾਂਬੜ ਜੋ ਸਨ ਮਚਦੇ ਸਨ ਕਿ ਉਸ ਸਥਾਨ ਦੇ ਉੱਤੇ ਇਹੋ ਜਿਹਾ ਕੁਕਰਮੀ ਵਿਅਕਤੀ ਜੋ ਹੈ ਕੁਕਰਮ ਜੋ ਹੈ ਕਮਾ ਰਿਹਾ ਹੈ। 1918 ਦੇ ਵਿੱਚ ਸਿੰਧ ਤੋਂ ਆਈ ਇੱਕ ਯਾਤਰੂ ਦੀ ਲੜਕੀ ਜੋ ਸੀ ਉਸ ਦੀ ਪੱਤ ਲੁੱਟੀ ਗਈ। ਉਸੇ ਸਾਲ 6 ਬੀਬੀਆਂ ਦੀ ਜ਼ਬਰਦਸਤੀ ਜੋ ਸੀ ਪੱਤ ਜੋ ਸੀ ਉਹ ਲੁੱਟੀ ਗਈ ਅਤੇ ਉਹਨਾਂ ਦੇ ਨਾਲ ਜੋ ਸੀ ਉਹਨਾਂ ਦੀ ਇੱਜ਼ਤ ਤੇ ਆਬਰੂ ਨੂੰ ਉਸ ਪਵਿੱਤਰ ਸਥਾਨ ਦੇ ਉੱਤੇ ਲੁੱਟਿਆ ਗਿਆ। ਅਕਤੂਬਰ 1920 ਵਿੱਚ ਧਾਰੋਵਾਲ ਵਿੱਚ ਭਰਵਾਂ ਦੀਵਾਨ ਕਰਕੇ ਮਹੰਤ ਨੂੰ ਆਪਣਾ ਸੁਧਾਰ ਕਰਨ ਵਾਸਤੇ ਕਿਹਾ ਗਿਆ, ਪਰ ਉਹ ਨਰਕੀ ਮਸੰਦ ਬਣ ਚੁੱਕਾ ਸੀ। ਪੂਰਨ ਤੌਰ ਦੇ ਉੱਤੇ ਉਹ ਪੰਥ ਦੇ ਨਾਲ ਜੋ ਸੀ ਮੱਥਾ ਲਾਉਣ ਨੂੰ ਤਿਆਰ ਹੋ ਚੁੱਕਿਆ ਸੀ। ਸਰਕਾਰੀ ਸ਼ਹਿ ਉਸ ਨੂੰ ਪੂਰਨ ਤੌਰ ਦੇ ਉੱਤੇ ਸੀ ਅਤੇ ਉਹਦੇ ਨਾਲ ਕੁਝ ਆਪਣੇ ਆਪ ਨੂੰ ਬੇਦੀ ਕਹਾਉਣ ਵਾਲੇ ਜੋ ਸਨ ਉਹ ਵੀ ਨਾਲ ਆ ਕੇ ਮਿਲ ਚੁੱਕੇ ਸਨ। ਉਸਨੇ ਸਿੱਖ ਪੰਥ ਦਾ ਮੁਕਾਬਲਾ ਕਰਨ ਲਈ ਮਨ ਬਣਾ ਲਿਆ। ਬਦਮਾਸ਼ਾਂ, ਗੁੰਡਿਆਂ, ਹਰਾਮਖੋਰਾਂ ਨੂੰ ਸ਼ਰਾਬਾਂ ਤੇ ਪੈਸੇ ਦੇ ਕੇ ਗੁਰਦੁਆਰੇ ਅੰਦਰ ਰੱਖ ਲਿਆ। ਹਥਿਆਰ ਤੇ ਹੋਰ ਜੰਗੀ ਸਮਾਨ ਇਕੱਠੇ ਕਰਕੇ ਗੁਰੂ ਘਰ ਨੂੰ ਜੋ ਸੀ ਕਿਲੇ ਦਾ ਰੂਪ ਦੇ ਦਿੱਤਾ ਅਤੇ ਫਿਰ ਉਹਦੇ ਨਾਲ ਕਰਤਾਰ ਸਿੰਘ ਬੇਦੀ ਜੋ ਅੰਗਰੇਜ਼ ਅਫਸਰਾਂ ਨਾਲ ਗੰਢ ਤੁਪ ਰੱਖਦਾ ਸੀ, ਉਹ ਦੇ ਵਰਗੇ ਬੰਦੇ ਉਸ ਤੇ ਮਸ਼ੀਰ ਬਣ ਗਏ। ਰਾਂਝਾ ਰਿਹਾਨਾ ਜਿਹੜੇ 10 ਨੰਬਰੀਏ ਸਨ, ਇਸਮਾਇਲ ਭੱਟੀ ਵਰਗੇ ਲੋਕਾਂ ਨੂੰ ਨਾਲ ਗੰਢ ਤੁਪ ਕਰਕੇ ਇਸ ਨੇ ਕੁਝ ਉਹ ਇਲਾਕੇ ਦੇ ਮੁਸਲਮਾਨ ਸਨ ਉਹਨਾਂ ਨੂੰ ਵੀ ਆਪਣੇ ਨਾਲ ਮਿਲਾ ਲਿਆ। ਜਨਮ ਸਥਾਨ ਅੰਦਰ ਜੋ ਸੀ ਉਹ ਛਵੀਆਂ, ਕੁਹਾੜੇ, ਟਕੂਏ ਆਦਿ ਜੋ ਹਥਿਆਰ ਸਨ ਉਹਨਾਂ ਨੂੰ ਇਕੱਠਾ ਕਰ ਲਿਆ ਅਤੇ ਭੱਠੀਆਂ ਲਗਾ ਦਿੱਤੀਆਂ ਗਈਆਂ। ਲਾਹੌਰ ਤੋਂ ਬੰਦੂਕਾਂ, ਪਿਸਤੌਲਾਂ ਤੇ ਅਸਲੇ ਜੋ ਸਨ ਉਹ ਮੰਗਵਾ ਲਏ ਗਏ। ਪੂਰੀ ਤਰੀਕੇ ਦੇ ਨਾਲ ਉਸ ਜਨਮ ਸਥਾਨ ਨੂੰ ਜੋ ਸੀ ਕਿਲਾਬੰਦੀ ਕਰ ਲਈ ਗਈ, ਕਿਉਂਕਿ ਉਹਦੇ ਕੋਲ ਖਬਰਾਂ ਪਹੁੰਚ ਰਹੀਆਂ ਸਨ ਕਿ ਸਿੱਖ ਜੋ ਸੰਗਤਾਂ ਨੇ, ਸਿੱਖ ਜਥੇ ਜੋ ਨੇ ਉਹ ਗੁਰਧਾਮਾਂ ਦੇ ਪ੍ਰਬੰਧ ਜੋ ਨੇ ਉਹ ਆਪਣੇ ਅਧੀਨ ਕਰ ਰਹੇ ਨੇ। ਉਹ ਇਸ ਨੇ ਫਿਰ ਸਾਧੂਆਂ ਸੰਤਾਂ ਦਾ ਵਿਖਾਵੇ ਵਾਸਤੇ ਇੱਕ ਇਕੱਠ ਕੀਤਾ, ਜਿਸ ਦੇ ਵਿੱਚ 60-65 ਜੋ ਮਹੰਤ ਲੋਕੀ ਸਨ ਉਹਨਾਂ ਨੂੰ ਇਕੱਠਾ ਕਰਕੇ ਸ਼੍ਰੋਮਣੀ ਕਮੇਟੀ ਦੀ ਜੋ ਮਾਨਤਾ ਸੀ ਉਸ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ। ਫਿਰ ਇੱਕ ਅਖਬਾਰ ਜੋ ਸੀ ਉਹ ਸੰਤ ਸੇਵਕ ਨਾਂ ਦੀ ਕੱਢਣ ਦਾ ਜੋ ਸੀ ਪ੍ਰਬੰਧ ਕੀਤਾ, ਐਲਾਨ ਕੀਤਾ ਤੇ ਨਾਲ ਇੱਕ ਕਮੇਟੀ ਬਣਾ ਕੇ ਨਾਰਾਇਣ ਦਾਸ ਆਪ ਉਹਦਾ ਪ੍ਰਧਾਨ ਬਣ ਗਿਆ ਤੇ ਬਸੰਤ ਦਾਸ ਜੋ ਸੀ ਉਸ ਨੂੰ ਸਕੱਤਰ ਬਣਾ ਦਿੱਤਾ। ਭਾਵ ਪੂਰਨ ਤੌਰ ਦੇ ਉੱਤੇ ਇਹ ਪੰਥ ਦੇ ਨਾਲ ਮੱਥਾ ਲਾਉਣ ਵਾਸਤੇ ਤਿਆਰ ਹੋ ਚੁੱਕਾ ਸੀ। ਨਵੰਬਰ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਪੁਰਬ ਦੇ ਉੱਤੇ ਮਹੰਤ ਨੇ ਹਥਿਆਰਬੰਦ ਜੋ ਗੁੰਡੇ ਸਨ ਉਹਨਾਂ ਨੂੰ ਇਕੱਠੇ ਕਰ ਲਿਆ ਅਤੇ ਇਹ ਨਾਲ ਹੀ ਹੁਕਮ ਕਰ ਦਿੱਤਾ ਕਿ ਕਿਸੇ ਵੀ ਅੰਮ੍ਰਿਤਧਾਰੀ ਸਿੱਖ ਨੂੰ ਅੰਦਰ ਜੋ ਹੈ ਜਨਮ ਸਥਾਨ ਵਿੱਚ ਨਹੀਂ ਆਉਣ ਦੇਣਾ। ਉਸ ਦਿਨ ਭਾਈ ਲਛਮਣ ਸਿੰਘ ਧਾਰੋਵਾਲ ਜੋ ਸਨ ਆਪਣੇ ਕੁਝ ਸਾਥੀਆਂ ਦੇ ਨਾਲ ਦਰਸ਼ਨਾਂ ਨੂੰ ਜੋ ਗਏ ਨੇ, ਕਿਉਂਕਿ ਅਸਥਾਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜੁੜਿਆ ਹੋਇਆ ਸੀ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦੇ ਪੁਰਬ ਦੇ ਉੱਤੇ ਹਰ ਸਿੱਖ ਆਪਣੇ ਮਸਤਕ ਨੂੰ ਉੱਥੇ ਝੁਕਾਉਣ ਦੇ ਵਾਸਤੇ ਆਪਣੇ ਮਨ ਦੇ ਅੰਦਰ ਪਿਆਰ ਤੇ ਸ਼ਰਧਾ ਰੱਖਦਾ ਸੀ। ਚੱਬਰ ਜੀ ਜਦੋਂ ਆਪਣੇ ਸਾਥੀਆਂ ਦੇ ਨਾਲ ਉੱਥੇ ਪਹੁੰਚੇ ਨੇ ਤਾਂ ਉਸ ਵੇਲੇ ਕੁਦਰਤੀ ਤੌਰ ਦੇ ਉੱਤੇ ਉੱਥੇ ਜੋ ਸੀ CID ਦਾ ਸੁਪਰਡੈਂਟ ਆਇਆ ਹੋਇਆ ਸੀ
ਜਿਹਦੇ ਕਾਰਨ ਉਹ ਕਾਤਲਾਨਾ ਹਮਲਾ ਜੋ ਸੀ ਉਹਨਾਂ ਦੇ ਉੱਤੇ ਨਾ ਹੋ ਸਕਿਆ। ਅਤੇ ਚੱਬਰ ਜੀ ਨੂੰ ਜਦੋਂ ਇਹਨਾਂ ਗੱਲਾਂ ਦਾ ਪਤਾ ਲੱਗਾ, ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਸਲਾਹ ਮਸ਼ਵਰਾ ਕੀਤਾ। 1920 ਫਰਵਰੀ ਨੂੰ ਜਦੋਂ ਲਾਹੌਰ 'ਚ ਸਿੱਖ ਜੋ ਸੀ ਸਨਾਤਨ ਸਿੱਖ ਕਾਨਫਰੰਸ ਹੋਣ ਨੂੰ ਜਾ ਰਹੀ ਸੀ, ਇਹਦੇ ਵਾਸਤੇ ਇੱਕ ਜੋ ਸੀ ਫੈਸਲਾ ਲਿਆ ਗਿਆ ਕਿ ਮਹੰਤ ਵੀ ਉਸ ਕਾਨਫਰੰਸ ਵਿੱਚ ਜਾਵੇਗਾ ਅਤੇ ਅਸੀਂ ਸਿੱਖਾਂ ਦਾ ਜਥਾ ਲੈ ਕੇ ਉਸ ਧਾਰਮਿਕ ਸਥਾਨ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਸ ਜਨਮ ਸਥਾਨ ਦੇ ਉੱਤੇ ਕਬਜ਼ਾ ਕਰਕੇ ਭਾਵ ਉਸ ਨੂੰ ਜੋ ਸੀ ਉਸ ਦੁਰਾਚਾਰੀ ਮਹੰਤ ਤੋਂ ਆਜ਼ਾਦ ਕਰਵਾ ਲਾਂਗੇ। ਬਾਰ ਖਾਲਸਾ ਦੀਵਾਨ ਮੁਖੀ ਲਛਮਣ ਸਿੰਘ, ਬੂਟਾ ਸਿੰਘ, ਕੈਲ ਸਿੰਘ, ਸੰਤ ਤੇਜਾ ਸਿੰਘ ਜੀ ਦੀ ਸਲਾਹ ਦੇ ਨਾਲ ਇਹ ਫੈਸਲਾ ਹੋਇਆ ਕਿ 20 ਫਰਵਰੀ 21 ਨੂੰ 4-5 ਹਜ਼ਾਰ ਦਾ ਜਥਾ ਲੈ ਕੇ ਅਸੀਂ ਨਨਕਾਣਾ ਸਾਹਿਬ ਪਹੁੰਚ ਕੇ ਉੱਥੇ ਦੇ ਪ੍ਰਬੰਧ ਨੂੰ ਆਪਣੇ ਜੋ ਹੈ ਹੱਥਾਂ ਵਿੱਚ ਲੈ ਲੈਣਾ ਹੈ। ਇਹ ਸਾਰਾ ਕੰਮ ਜੋ ਸੀ ਇਹਨਾਂ ਆਗੂਆਂ ਨੇ ਸ਼੍ਰੋਮਣੀ ਕਮੇਟੀ ਤੋਂ ਗੁਪਤ ਰੱਖਿਆ, ਕਿਉਂਕਿ ਉਹ ਇਸ ਗੱਲ ਨੂੰ ਸਮਝਦੇ ਸਨ ਕਿ ਜੇਕਰ ਇਸ ਗੱਲ ਦੀ ਭਣਕ ਸ਼੍ਰੋਮਣੀ ਕਮੇਟੀ ਨੂੰ ਪੈ ਜਾਂਦੀ ਹੈ ਤਾਂ ਉਹ ਉਸ ਦੇ ਵਿੱਚ ਜ਼ਰੂਰ ਰੁਕਾਵਟ ਪਾਉਣ ਦਾ ਯਤਨ ਕਰਨਗੇ, ਕਿਉਂਕਿ ਸਨਾਤਨੀ ਸਿੱਖ ਕਾਨਫਰੰਸ ਜੋ ਹੈ ਹੋ ਰਹੀ ਹੈ ਅਤੇ ਉਸ ਨੂੰ ਜੋ ਹੈ ਇਹਨਾਂ ਨੇ ਹਵਾਲਾ ਦੇ ਕੇ ਇਸ ਨੂੰ ਜ਼ਰੂਰ ਰੋਕਣ ਦਾ ਯਤਨ ਕਰਨਾ ਹੈ। ਪਰ ਦੂਜੇ ਪਾਸੇ ਇਸ ਚੀਜ਼ ਨੂੰ ਆਪਣੇ ਤੌਰ ਦੇ ਉੱਤੇ ਜਦੋਂ ਗੁਪਤ ਰੱਖਿਆ ਗਿਆ, ਲੇਕਿਨ ਇਹ ਗੱਲ ਜੋ ਸੀ ਤਾਰਾ ਸਿੰਘ ਅਤੇ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਨੂੰ ਪਤਾ ਲੱਗ ਗਿਆ। ਉਹਨਾਂ ਦੇ ਨੇ ਜਥੇ ਰੋਕਣ ਦੇ ਲਈ ਸੁੱਚਾ ਸਿੰਘ ਜੀ ਨੂੰ, ਚੱਬਰ ਜੀ ਨੂੰ ਜਥਾ ਨਾ ਲੈ ਜਾਣ ਦੇ ਲਈ ਸੁਨੇਹਾ ਜੋ ਸੀ ਭੇਜ ਦਿੱਤਾ। ਇਹ ਸੁਨੇਹਾ ਮਿਲਦੇ ਹੀ ਚੱਬਰ ਜੀ ਨੂੰ ਜਥਾ ਨਾ ਲੈ ਜਾਣ ਦੇ ਲਈ ਇਹ ਪੰਥਕ ਫੈਸਲਾ ਦੇ ਕੇ ਕੁਝ ਜੋ ਸਿੱਖ ਆਗੂ ਸਨ ਉਹਨਾਂ ਨੇ ਦਬਾਅ ਪਾਉਣ ਦਾ ਯਤਨ ਕੀਤਾ ਕਿ ਜੋ ਤੁਸੀਂ ਕਿਸੇ ਹਾਲਤ ਵਿੱਚ ਵੀ ਪੰਥ ਦੇ ਇਹ ਜੋ ਜਥੇਬੰਦੀ ਹੈ ਇਸ ਦੇ ਹੁਕਮ ਦੀ ਹਦੂਲੀ ਨਹੀਂ ਕਰ ਸਕਦੇ। ਅਤੇ ਦੂਜੇ ਪਾਸੇ ਜੋ ਇਹ ਚੱਬਰ ਜੀ ਦਾ ਫੈਸਲਾ ਸੀ ਕਿ ਸਾਡੇ ਜਥੇ ਜੋ ਨੇ ਉਹ ਉੱਥੇ ਪੁੱਜ ਚੁੱਕਣਗੇ ਜਾਂ ਪੁੱਜ ਚੁੱਕੇ ਹੋਣਗੇ ਤੇ ਕਿਸੇ ਤਰੀਕੇ ਦੇ ਨਾਲ ਵੀ ਅਸੀਂ ਇਸ ਕੰਮ ਤੋਂ ਰੁਕਣਾ ਨਹੀਂ। ਪਰ ਉਹਨਾਂ ਦੇ ਉੱਤੇ ਦਬਾਅ ਪਾਉਣ ਦਾ ਯਤਨ ਕੀਤਾ ਗਿਆ ਕਿ ਨਹੀਂ, ਅਸੀਂ ਹਰ ਪਾਸੇ ਸਣੇ ਭੇਜਾਂਗੇ, ਦੌੜ ਧੁੱਪ ਕਰਕੇ ਇਹਨਾਂ ਜਥਿਆਂ ਨੂੰ ਰੋਕਾਂਗੇ, ਨਹੀਂ ਤਾਂ ਅਗਰ ਪੰਥਕ ਫੈਸਲੇ ਦੀ ਹੁਕਮ ਅਦੂਲੀ ਕੀਤੀ ਜਾਂਦੀ ਹੈ, ਵਿਰੋਧਤਾ ਕੀਤੀ ਜਾਂਦੀ ਹੈ, ਤੁਸੀਂ ਜਥਾ ਲੈ ਕੇ ਜਾਓਗੇ ਤੇ ਕਿਸੇ ਕਿਸਮ ਦਾ ਵੀ ਜੋ ਨੁਕਸਾਨ ਹੋਵੇਗਾ ਉਹ ਤੁਹਾਡੇ ਸਿਰ ਲੱਗੇਗਾ। ਚੱਬਰ ਸਾਹਿਬ ਨੂੰ ਸੰਤ ਤੇਜਾ ਸਿੰਘ ਨੇ ਕਿਹਾ ਕਿ ਪੰਥਕ ਫੈਸਲੇ ਦੀ ਉਲੰਘਣਾ ਕਰਕੇ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਪੂਰਨ ਤੌਰ ਦੇ ਉੱਤੇ ਤੁਹਾਡੇ ਉੱਤੇ ਆਵੇਗੀ। ਉਸ ਵੇਲੇ ਚੱਬਰ ਜੀ ਨੇ ਕਿਹਾ ਜੇ ਲਛਮਣ ਸਿੰਘ ਧਾਰੋਵਾਲ ਜੀ ਆਪਣਾ ਜਥਾ ਲੈ ਕੇ ਪੁੱਜ ਗਏ ਫਿਰ ਜੋ ਨੁਕਸਾਨ ਹੋਵੇਗਾ ਉਸ ਦੀ ਜ਼ਿੰਮੇਵਾਰੀ ਕੌਣ ਲਵੇਗਾ। ਇਹੋ ਜਿਹੇ ਸਮੇਂ ਦੇ ਅੰਦਰ ਫਿਰ ਉਹਨਾਂ ਜਥਿਆਂ ਨੂੰ ਰੋਕਣ ਦੇ ਵਾਸਤੇ ਭਾਈ ਦਲੀਪ ਸਿੰਘ ਜੀ ਨੇ ਜ਼ਿੰਮੇਵਾਰੀ ਲਈ। 6 ਸਿੰਘਾਂ ਦੇ ਦਸਤਕ ਕਰਾ ਕੇ ਇੱਕ ਚਿੱਠੀ ਜੋ ਸੀ ਦੇ ਕੇ 4 ਘੋੜਸਵਾਰਾਂ ਨੂੰ ਭਾਈ ਦਲੀਪ ਸਿੰਘ ਜੀ ਜਿਨ੍ਹਾਂ ਦੇ ਵਿੱਚੋਂ ਇੱਕ ਸਨ ਉਹ ਭਾਈ ਲਛਮਣ ਸਿੰਘ ਧਾਰੋਵਾਲ ਜੀ ਦੇ ਜਥੇ ਨੂੰ ਰੋਕਣ ਦੇ ਵਾਸਤੇ ਨਿਕਲ ਗਏ। ਜਥੇ ਨੂੰ ਥਾਂ ਥਾਂ ਦੇ ਉੱਤੇ ਲੱਭਿਆ ਗਿਆ ਪਰ ਉਹ ਜਥਾ ਜੋ ਸੀ ਉਹਨਾਂ ਨੂੰ ਮਿਲਿਆ ਨਹੀਂ। ਆਖਰ ਦਲੀਪ ਸਿੰਘ ਜੀ ਉੱਤਮ ਸਿੰਘ ਜੀ ਦੇ ਕਾਰਖਾਨੇ ਆ ਗਏ। ਜਦੋਂ ਉਹ ਨਨਕਾਣਾ ਸਾਹਿਬ ਦੀ ਜੂਹ ਤੱਕ ਪਹੁੰਚੇ ਦੇਖਿਆ ਭਾਈ ਜਥਾ ਉੱਥੇ ਨਹੀਂ ਹੈ ਤੇ ਉੱਥੋਂ ਉਹ ਉੱਤਮ ਸਿੰਘ ਜੀ ਦੇ ਕਾਰਖਾਨੇ ਗਏ ਤੇ ਉਹਨਾਂ ਨੂੰ ਜਾ ਕੇ ਜਥਾ ਨਾ ਲੱਭਣ ਦੀ ਗੱਲ ਦੱਸੀ। ਉੱਥੋਂ ਮੁਨਸ਼ੀ ਵਰਿਆਮ ਸਿੰਘ ਜੀ ਨੂੰ ਚਿੱਠੀ ਦੇ ਕੇ ਜਥੇ ਲੱਭਣ ਦੇ ਲਈ ਭੇਜ ਦਿੱਤਾ ਗਿਆ। ਦੂਜੇ ਪਾਸੇ ਭਾਈ ਲਛਮਣ ਸਿੰਘ ਜੀ ਧਾਰੋਵਾਲ ਜੀ ਦਾ ਜਥਾ ਥਾਂ ਥਾਂ ਹੁੰਦਾ ਹੋਇਆ ਥਾਂ ਥਾਂ ਦੇ ਉੱਤੇ ਉਹਨਾਂ ਦੇ ਵਿੱਚ ਜਥੇ ਜੋ ਮਿਲਦੇ ਗਏ ਅਤੇ ਜਿਨ੍ਹਾਂ ਦੀ ਗਿਣਤੀ ਲਗਭਗ 150 ਕੁ ਸਿੰਘ ਸਨ ਉਹ ਜੋ ਸਨ ਇਕੱਠੇ ਹੋ ਕੇ ਜੋ ਸਨ ਵੱਧਦੇ ਜਾ ਰਹੇ ਸਨ। ਇਹਨਾਂ ਦੇ ਵਿੱਚ 3 ਸਿੰਘਣੀਆਂ ਵੀ ਸਨ ਜਿਨ੍ਹਾਂ ਵਿੱਚ ਇੱਕ ਜੋ ਸੀ ਉਹਨਾਂ ਦੀ ਆਪਣੀ ਸਿੰਘਣੀ ਸੀ। ਚੰਦਰਕੋਟ ਕੋਟ ਪੁੱਜ ਕੇ ਚੱਬਰ ਜੀ ਦੇ ਜਥੇ ਨੇ ਦੇ ਪਹੁੰਚਣ ਤੋਂ ਪਹਿਲਾਂ ਹੀ ਜੋ ਸੀ ਇਹ ਸਾਰੇ ਉਹਨਾਂ ਦੇ ਜਥੇ ਜੋ ਸਨ ਉਹ ਅੱਗੇ ਚਲਦੇ ਚਲਦੇ ਉਹ ਜਨਮ ਸਥਾਨ ਨਨਕਾਣਾ ਸਾਹਿਬ ਵੱਲ ਵੱਧ ਰਹੇ ਸਨ। ਕੋਟ ਦਰਬਾਰ ਦੀ ਜੂਝ ਸ਼ਾਂਤਮਈ ਰਹਿ ਕੇ ਹੱਥ ਨਾ ਚੁੱਕਣ ਦਾ ਪ੍ਰਣ ਜੋ ਸੀ ਜਥੇਦਾਰ ਚੱਬਰ ਜੀ ਨੇ ਆਪਣੇ ਜਥੇ ਤੋਂ ਲਿਆ। ਸਿੰਘਣੀਆਂ ਨੂੰ ਭਾਈ ਹਾਕਮ ਸਿੰਘ ਜੀ ਦੇ ਨਾਲ ਗੁਰਦੁਆਰਾ ਤੰਬੂ ਸਾਹਿਬ ਵੱਲ ਭੇਜ ਦਿੱਤਾ। ਜਦੋਂ ਉੱਥੋਂ ਸਿੰਘਣੀਆਂ ਨੂੰ ਭੇਜਿਆ ਜਾ ਰਿਹਾ ਸੀ ਉਸ ਵੇਲੇ ਭਾਈ ਟਹਿਲ ਸਿੰਘ ਜੀ ਨੇ 18 ਰੁਪਏ ਆਪਣੇ ਕੋਲੋਂ ਭਾਈ ਚੱਬਰ ਜੀ ਦੀ ਸਿੰਘਣੀ ਨੂੰ ਦੇ ਕੇ ਗੱਲ ਕਿਹਾ ਕਿ ਤੁਹਾਡੇ ਵਰਗੀਆਂ ਭੈਣਾਂ ਸਾਡੀ ਸ਼ਹਾਦਤ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਜੋ ਹੈ ਉਹ ਕਰਵਾ ਦੇਣਗੀਆਂ। ਤੇ ਫਿਰ ਉੱਥੇ ਇੱਕ ਅਰਦਾਸਾ ਸੋਧਿਆ ਗਿਆ। ਉੱਥੇ ਜੋ ਸੀ ਜੋ ਬੋਲ ਸਨ ਉਹ ਕਮਾਲ ਦੇ ਬੋਲ ਸਨ ਜੋ ਉਸ ਵੇਲੇ ਜਥੇਦਾਰ ਜੀ ਨੇ ਕਿ ਗੁਰੂ ਨਾਨਕ ਤੇਰੇ ਦਰ ਦੇ ਕੁਕਰ ਤੇਰੇ ਦਰਸ਼ਨਾਂ ਨੂੰ ਆਏ ਹਾਂ, ਇਰਾਦਾ ਧਾਰਿਆ ਹੈ ਤੇਰੇ ਦਰਬਾਰ ਅੰਦਰ ਹੋ ਰਹੀਆਂ ਕੁਰੀਤੀਆਂ ਨੂੰ ਆਪਣੇ ਖੂਨ ਨਾਲ ਧੋਣ ਦਾ ਤੂੰ ਬਲ ਬਖਸ਼ ਕਿ ਅਸੀਂ ਆਪਣੇ ਇਰਾਦੇ ਵਿੱਚ ਸਫਲ ਹੋ ਸਕੀਏ। ਕਮਾਲ ਦੇ ਬੋਲ ਸਨ। ਗੁਰੂ ਨਾਨਕ ਤੇਰੇ ਦਰ ਦੇ ਕੁਕਰ ਹਾਂ, ਤੇਰੇ ਦਰਸ਼ਨਾਂ ਦੇ ਵਾਸਤੇ ਆਏ ਹਾਂ ਤੇ ਇਰਾਦਾ ਇਹ ਹੈ ਕਿ ਤੇਰੇ ਦਰਬਾਰ ਦੇ ਵਿੱਚ ਜੋ ਇਸ ਪਾਪੀ ਮਹੰਤ ਦੁਰਾਚਾਰੀ ਵੱਲੋਂ ਜੋ ਕੁਰੀਤੀਆਂ ਹੋ ਰਹੀਆਂ ਨੇ ਇਹਨਾਂ ਨੂੰ ਜੇ ਕਦੇ ਆਪਣਾ ਖੂਨ ਵੀ ਦੇਣਾ ਪਿਆ, ਕੁਰਬਾਨ ਵੀ ਹੋਣਾ ਪਿਆ, ਇਹ ਕੁਰਬਾਨੀ ਕਰਕੇ ਵੀ ਸਥਾਨ ਨੂੰ ਆਜ਼ਾਦ ਕਰਾਂਗੇ। ਉਹ ਕੁਰੀਤੀਆਂ ਦੇ ਜੋ ਧੱਬੇ ਨੇ ਉਹਨਾਂ ਨੂੰ ਜ਼ਰੂਰ ਧੋਵਾਂਗੇ। ਤੇ ਫਿਰ ਅੰਤ ਦੇ ਵਿੱਚ ਅਰਦਾਸ ਤੇ ਜੋਦੜੀ ਕਿੰਨੀ ਹੈ ਨਿਮਰਤਾ ਕਿ ਬਲ ਤੁਸੀਂ ਬਖਸ਼ਣਾ ਹੈ
ਤੁਸੀਂ ਬਲ ਦੇਵੋਗੇ ਅਸੀਂ ਆਪਣੇ ਇਰਾਦੇ ਵਿੱਚ ਸਫਲ ਹੋ ਸਕਾਂਗੇ। ਤੁਹਾਡੇ ਮੇਰਾ ਭਰਿਆ ਹੱਥ ਜੋ ਹੈ ਉਹ ਆਪਣੇ ਸਿਰ ਦੇ ਉੱਤੇ ਚਾਹੀਦਾ ਹੈ। ਗੁਰੂ ਪਿਆਰ ਵਾਲਿਓ, ਵਰਿਆਮ ਸਿੰਘ ਜੀ ਸੁਨੇਹਾ ਲੈ ਕੇ ਪੁੱਜ ਗਏ। ਟਹਿਲ ਸਿੰਘ ਜੀ ਜੋ ਸਨ ਉਹ ਵੀ ਨਾਲ ਨੇ। ਹੁਣ ਮਹੰਤ ਜੋ ਸੀ ਉਹ ਪਹਿਲੇ ਦਿਨ ਕਾਨਫਰੰਸ ਵਿੱਚ ਜਾ ਰਿਹਾ ਸੀ। ਉਹ ਰੇਲਵੇ ਸਟੇਸ਼ਨ ਦੇ ਉੱਤੇ ਉਸ ਨੂੰ ਕਿਸੇ ਚੂੜੀ ਨੇ ਸੁਨੇਹਾ ਦਿੱਤਾ ਕਿ ਸਿੱਖਾਂ ਦੇ ਜਥੇ ਜੋ ਨੇ ਉਹ ਆ ਰਹੇ ਨੇ, ਤਾਂ ਉਹ ਵਾਪਸ ਜੋ ਸੀ ਰਾਤ ਨੂੰ ਮੁੜ ਕੇ ਜਨਮ ਸਥਾਨ ਦੇ ਉੱਤੇ ਪਹੁੰਚ ਗਿਆ। ਉਸਨੇ ਸਾਰੇ ਜੋ ਗੁੰਡੇ ਬਦਮਾਸ਼ ਉੱਤੇ ਰੱਖੇ ਹੋਏ ਸਨ ਉਹਨਾਂ ਨੂੰ ਤਿਆਰ ਕਰ ਦਿੱਤਾ। ਥਾਂ ਥਾਂ ਦੇ ਉੱਤੇ ਉਹਨਾਂ ਦੀਆਂ ਡਿਊਟੀਆਂ ਲਾ ਦਿੱਤੀਆਂ, ਪੂਰਾ ਸਲਾਹ ਮਸ਼ਵਰਾ ਕਰਕੇ ਕਿ ਕਿਸੇ ਹਾਲਾਤ ਦੇ ਵਿੱਚ ਵੀ ਕੋਈ ਵੀ ਜੋ ਸਿੱਖ ਹੈ ਇਥੋਂ ਬਚ ਕੇ ਨਾ ਜਾਵੇ। ਉਸਨੇ ਪੂਰੀ ਜੋ ਸੀ ਤਿਆਰੀ ਕਰ ਲਈ। ਸਵੇਰੇ ਲਗਭਗ 4:45 ਤੋਂ 6 ਵਜੇ ਦੇ ਤੱਕ ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸੁਨੇਹਾ ਜੋ ਸੀ ਉਹ ਲਛਮਣ ਸਿੰਘ ਜੀ ਧਾਰੋਵਾਲ ਜੋ ਸਨ ਉਹਨਾਂ ਨੂੰ ਪਹੁੰਚ ਗਿਆ ਕਿ ਭਾਈ ਤੁਸੀਂ ਨਹੀਂ ਜਾ ਸਕਦੇ। ਪਰ ਉਸ ਵੇਲੇ ਟਹਿਲ ਸਿੰਘ ਜੀ ਜੋ ਸਨ ਉਹਨਾਂ ਨੇ ਕਿਹਾ ਨਹੀਂ, ਅਰਦਾਸ ਸੋਧੀ ਜਾ ਚੁੱਕੀ ਹੈ, ਮੈਂ ਹੁਣ ਪਿੱਛੇ ਨਹੀਂ ਹਟ ਸਕਦਾ, ਮੈਂ ਜਾਣਾ ਹੈ। ਕਿਸੇ ਨੇ ਚਲਣਾ ਹੈ ਚਲੇ, जिसने नहीं चलना ना चले। मैं पीछे नहीं हट सकता क्योंकि मेरे सामने सिद्धांत है आगा हमको त्रांग पिछा फेर ना मोड़ना। जदों उन्हां दे बोल सन फिर किस दी हिम्मत सी कि जिस दे अंदर वलवला ना उठदा, जिहड़ा अगे ना वधदा। दूजा पक्ष ये भी दस्सिया जा रहा है कि उस वेले ये फैसला कर लिया गया कि अज गुरु रामराय पातशाह जी का गुरु हरराय पातशाह जी का मैं माफी किमा मंगदा, गुरु हरराय पातशाह जी का पुरब है। ਅਸੀਂ चल के दर्शन करके जो है मत्था टेक के धन साहब श्री गुरु ग्रंथ साहब जी ਨੂੰ वापस आ जाते हैं। कुछ भी सी भाई टहल सिंह जी तैयार हो गए कि ਅਸੀਂ जाना है, ਅਸੀਂ अरदास सोधी है, ਅਸੀਂ हर हालत में जाना है। सवेरे लगभग 5:45-6 ਵਜੇ ਸਿੰਘ ਜੋ ਸਨ ਉਹ ਗੁਰਧਾਮ ਦੇ ਅੰਦਰ ਦਾਖਲ ਹੁੰਦੇ ਨੇ। ਲਛਮਣ ਸਿੰਘ ਜੀ ਨੇ ਸਿੰਘਾਂ ਦੀਆਂ ਡਿਊਟੀਆਂ ਲਾ ਦਿੱਤੀਆਂ। ਕੁਝ ਸਿੰਘਾਂ ਨੂੰ ਨਾਲ ਲੈ ਕੇ ਉਹ ਆਪ ਜੋ ਸਨ ਦਰਬਾਰ ਦੇ ਅੰਦਰ ਪਹੁੰਚ ਗਏ। ਆਪ ਜਾ ਕੇ ਤਾਬਿਆਂ 'ਚ ਬੈਠ ਗਏ। ਕੀਰਤਨ ਆਰੰਭ ਹੋ ਗਿਆ। ਜਦੋਂ ਗੁਰਬਾਣੀ ਪੜ੍ਹੀ ਜਾ ਰਹੀ ਸੀ ਸੰਗਤ ਵਿੱਚ ਕੁਝ ਜੋ ਉੱਥੇ ਸਾਧੂ ਬੁਲਾਏ ਗਏ ਸਨ ਉਹ ਵੀ ਬਿਠਾਏ ਹੋਏ ਸਨ, ਉਹ ਵੀ ਬੈਠ ਗਏ ਅਤੇ ਆਸਤਾ ਆਸਤਾ ਕਰਕੇ ਉੱਥੋਂ ਖਿਸਕ ਗਏ। ਤੇ ਫਿਰ ਇੱਕਦਮ ਜੋ ਸੀ ਵਿਉਂਤਬੰਦੀ ਅਨੁਸਾਰ ਕਾਤਲਾਨਾ ਹਮਲਾ ਜੋ ਸੀ ਉਹਨਾਂ ਗੁਰੂ ਕੇ ਸਿੰਘਾਂ ਦੇ ਉੱਤੇ ਕਰ ਦਿੱਤਾ ਗਿਆ। ਕੀਰਤਨ ਕਰਦਿਆਂ ਦੇ ਉੱਤੇ ਕਾਤਲਾਨਾ ਹਮਲਾ ਸ਼ੁਰੂ ਹੋ ਗਿਆ। ਬਾਹਰ ਜੋ ਸਿੰਘ ਸਨ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ। ਅੰਦਰ ਜੋ ਸਿੰਘ ਸਨ ਉਹਨਾਂ ਦੇ ਉੱਤੇ ਗੋਲੀਆਂ ਤੇ ਜੋ ਸਨ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ। ਸਿੰਘ ਜੋ ਸਨ ਬਹੁਤੇ ਸ਼ਹੀਦ ਹੋ ਗਏ। ਸਿੰਘ ਜੋ ਸਨ ਉੱਥੇ ਫੱਟੜ ਹੋ ਗਏ। ਇਹਨਾਂ ਗੋਲੀਆਂ ਚੱਲਣ ਦੀ ਆਵਾਜ਼ ਸਰਦਾਰ ਦਲੀਪ ਸਿੰਘ ਤੇ ਵਰਿਆਮ ਸਿੰਘ ਜੀ ਨੇ ਕਾਰਖਾਨੇ ਦੇ ਅੰਦਰ ਸੁਣੀ। ਉਹ ਉੱਥੋਂ ਉੱਠ ਕੇ ਦੌੜੇ। ਦਲੀਪ ਸਿੰਘ ਜੀ ਜੋ ਸਨ ਉਹਨਾਂ ਦਾ ਮਹੰਤ ਦੇ ਨਾਲ ਚੰਗੀ ਵਾਕਫੀ ਸੀ ਅਤੇ ਮਹੰਤ ਆਪ ਮੂੰਹ ਢੱਕ ਕੇ ਘੋੜੇ ਦੇ ਉੱਤੇ ਸਵਾਰ ਹੋ ਕੇ ਅੰਦਰ ਬਾਹਰ ਘੁੰਮ ਰਿਹਾ ਸੀ ਤੇ ਨਾਲ ਜੋ ਸੀ ਕੋਈ ਬਚ ਕੇ ਨਾ ਜਾਵੇ, ਕਤਲ ਕਰ ਦਿਓ, ਪੂਰੀ ਤੌਰ ਦੇ ਉੱਤੇ ਉਹਨਾਂ ਨੂੰ ਉਕਸਾ ਰਿਹਾ ਸੀ। ਦਲੀਪ ਸਿੰਘ ਜੀ ਦੇ ਸਾਹਮਣੇ ਪਹੁੰਚਦੇ ਹੀ ਹੱਥ ਜੋੜ ਕੇ ਉਸ ਨੂੰ ਕਿਹਾ ਕਿ ਭਾਈ ਤੁਸੀਂ ਇਸ ਨੂੰ ਬੰਦ ਕਰੋ, ਇਹ ਕਤਲ ਕਰਨੇ ਬੰਦ ਕਰੋ, ਮੈਂ ਤੁਹਾਨੂੰ ਪੰਥ ਤੋਂ ਮਾਫੀ ਦਵਾ ਸਕਦਾ। ਲੇਕਿਨ ਉਸ ਜੋ ਹੰਕਾਰੀ ਤੇ ਦੁਰਾਚਾਰੀ ਮਹੰਤ ਨੇ ਆਪਣੀ ਪਿਸਤੌਲ ਦੀ ਗੋਲੀ ਦਾ ਸ਼ਿਕਾਰ ਕਰਕੇ ਭਾਈ ਦਲੀਪ ਸਿੰਘ ਜੀ ਨੂੰ ਵੀ ਤੇ ਉਹਨਾਂ ਦੇ ਸਾਥੀਆਂ ਨੂੰ ਉੱਥੇ ਹੀ ਸ਼ਹੀਦ ਕਰ ਦਿੱਤਾ। ਜਦੋਂ ਫਿਰ ਇਹ ਜੋ ਵਰਤਾਰਾ ਵਰਤ ਰਿਹਾ ਸੀ, ਅੱਤ ਦਾ ਜ਼ੁਲਮ ਸੀ ਕਿ ਨਿਹੱਥੇ ਸਿੰਘ ਬਾਣੀ ਪੜ੍ਹਦਿਆਂ ਨੂੰ ਉਸ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਜਨਮ ਸਥਾਨ ਦੇ ਉੱਤੇ ਜੋ ਸੀ ਸ਼ਹੀਦ ਕਰ ਦਿੱਤਾ ਗਿਆ। ਫਿਰ ਕਤਲਾਮ ਦੀ ਖਬਰ ਜੋ ਸੀ ਇਸ ਦੀ ਤਸਦੀਕ ਹੋ ਜਾਣ ਤੋਂ ਬਾਅਦ ਡਿਸਟ੍ਰਿਕਟ ਇੰਜੀਨੀਅਰ ਸਰਦਾਰ ਜੋ NS ਸੰਧੂ ਸਨ ਉਹ ਆਪਣੀ ਇੱਕ ਜੋ ਸੀ ਆਦਮੀ ਨੂੰ 3:15 ਵਜੇ ਘੋੜੇ ਦੇ ਉੱਤੇ ਡਿਪਟੀ ਕਮਿਸ਼ਨਰ ਜੋ ਸੀ ਕਰੀ ਉਸ ਵੱਲ ਭੇਜਿਆ ਤੇ ਖੁਦ ਮੌਕੇ ਦੇ ਉੱਤੇ ਆ ਕੇ ਭਿਆਨਕ ਸਾਕਾ ਅੱਖੀ ਵੇਖਿਆ। DC ਦਾ 12 ਮੀਲ ਨਨਕਾਣੇ ਤੋਂ ਦੂਰ ਜੋ ਸੀ ਉਹ ਮੁਕਾਮ ਸੀ। ਤੇ ਫਿਰ ਉਹ ਉੱਤਮ ਸਿੰਘ ਦੇ ਨਾਲ 3:15 ਵਜੇ ਦੇ ਨਾਲ ਕਰਮ ਸਿੰਘ ਸਟੇਸ਼ਨ ਮਾਸਟਰ ਰਾਹੀਂ ਤਾਰਾਂ ਦੁਆਰਾ ਜੋ ਸਨ ਖਬਰਾਂ ਉਹ ਪੰਜਾਬ ਦੇ ਗਵਰਨਰ, ਕਮਿਸ਼ਨਰ, DC ਤੇ ਸੁਪਰਡੈਂਟ ਨੂੰ ਘਲੀਆਂ ਗਈਆਂ ਤੇ ਨਾਲ ਹੀ ਸਾਰੇ ਸਿੱਖ ਜੋ ਕੇਂਦਰ ਸਨ, ਖਾਸ ਕਰਕੇ ਸ਼੍ਰੋਮਣੀ ਕਮੇਟੀ, ਉੱਥੇ ਤੱਕ ਖਬਰਾਂ ਜੋ ਸਨ ਪਹੁੰਚ ਗਈਆਂ। DC ਜੋ ਕਰੀ ਸੀ ਨਨਕਾਣੇ ਸਾਹਿਬ 12:30 ਵਜੇ ਦੇ ਲਗਭਗ ਦੁਪਹਿਰ ਨੂੰ ਪਹੁੰਚਿਆ ਅਤੇ ਅਕਿਲਾ ਹੀ ਜੋ ਸੀ ਮਹੰਤ ਦੇ ਨਾਲ ਅੰਦਰ ਗਿਆ। ਫਿਰ ਉਸਨੇ ਫੌਜੀ ਦਸਤੇ ਘੱਲਣ ਵਾਸਤੇ ਉਤਲੇ ਅਫਸਰਾਂ ਨੂੰ ਜੋ ਸੀ ਬੇਨਤੀਆਂ ਕੀਤੀਆਂ। ਭਾਵ ਨਨਕਾਣਾ ਸਾਹਿਬ ਨੂੰ ਪੂਰਨ ਤੌਰ ਦੇ ਉੱਤੇ ਫੌਜੀ ਛਾਵਣੀ ਬਣਾ ਲਿਆ ਗਿਆ। ਅੰਦਰ ਦਾ ਦ੍ਰਿਸ਼ ਜੋ ਸੀ ਬੜਾ ਭਿਆਨਕ ਸੀ। ਹਰ ਪਾਸੇ ਲਾਸ਼ਾਂ ਜੋ ਸਨ ਵਿਛੀਆਂ ਪਈਆਂ ਸਨ। ਥਾਂ ਥਾਂ ਦੇ ਉੱਤੇ ਜੋ ਸਨ ਜ਼ਖਮੀ ਸਿੰਘ ਪਏ ਹੋਏ ਸਨ ਅਤੇ ਕਿਸੇ ਨੂੰ ਵੀ ਜੋ ਸੀ ਉਹ ਜ਼ਿੰਦਾ ਨਹੀਂ ਛੱਡਿਆ ਗਿਆ। ਜੋ ਜ਼ਖਮੀ ਦਿਸਦਾ ਸੀ ਉਸ ਨੂੰ ਫੜ ਕੇ ਟੋਟੇ ਕਰ ਦਿੱਤੇ ਜਾਂਦੇ ਸਨ। ਫਿਰ ਤੇਲ ਪਾ ਕੇ ਅੱਗ ਲਾ ਕੇ ਲਾਸ਼ਾਂ ਨੂੰ ਸ਼ਨਾਖਤ ਨਾ ਹੋ ਸਕੇ ਸਾੜ ਦਿੱਤਾ ਗਿਆ। ਲਛਮਣ ਸਿੰਘ ਜੀ ਧਾਰੋਵਾਲ ਉਹਨਾਂ ਦੇ ਵਾਸਤੇ ਇਤਿਹਾਸ ਦੱਸਦਾ ਜੰਡ ਦੇ ਨਾਲ ਬਣ ਕੇ ਸਾੜ ਦਿੱਤੇ ਗਏ ਜੋ ਸਨ। ਉਹਨਾਂ ਨੂੰ ਜੰਡ ਦੇ ਨਾਲ ਬਣ ਕੇ ਸਾੜਿਆ। ਫਿਰ ਇੱਥੇ ਤੱਕ ਇਤਿਹਾਸ ਕਿ ਇੱਕ ਛੋਟਾ ਬੱਚਾ ਜੋ ਪਿਤਾ ਭਾਈ ਕੇਹਰ ਸਿੰਘ ਜੀ ਦੇ ਨਾਲ ਉਹਨਾਂ ਦਾ ਬੇਟਾ ਦਰਬਾਰਾ ਸਿੰਘ ਜੋ ਸੀ ਉੱਥੇ ਜਥੇ ਦੇ ਨਾਲ ਆਇਆ ਸੀ, ਉਸ ਨੂੰ ਪਕੜ ਕੇ
ਜ਼ਿੰਦਾ ਅੱਗ ਦੇ ਵਿੱਚ ਸੁੱਟ ਕੇ ਜੋ ਸੀ ਸਾੜ ਦਿੱਤਾ ਗਿਆ। ਹਰ ਪਾਸੇ ਇੱਕ ਖਬਰ ਫੈਲ ਗਈ, ਸਿੰਘਾਂ ਦੇ ਜਥੇ ਜੋ ਸਨ ਆਉਣਾ ਸ਼ੁਰੂ ਹੋ ਗਏ ਤੇ ਅਗਲੇ ਦਿਨ ਜੋ ਸਨ ਸਰਕਾਰੀ ਆਗੂ ਜੋ ਸਨ ਉਹ ਵੀ ਤੇ ਪਤਵੰਤੇ ਸਿੱਖ ਜੋ ਸਨ ਉਹ ਸਾਰੇ ਆ ਕੇ ਪਹੁੰਚ ਗਏ। ਜਦੋਂ ਗੁਰਦੁਆਰਾ ਸਾਹਿਬ ਜੀ ਦੀ ਖਬਰ ਦੇ ਬਾਰੇ ਵਿੱਚ ਜਿੱਥੇ ਜਿੱਥੇ ਜਿਸ ਨੂੰ ਵੀ ਪਤਾ ਚੱਲਿਆ, ਹਰ ਬੰਦਾ ਜੋ ਸੀ ਉਹ ਉੱਠ ਕੇ ਨਨਕਾਣਾ ਸਾਹਿਬ ਵੱਲ ਨੂੰ ਤੁਰ ਪਿਆ। ਅਤੇ ਇਸ ਦੇ ਵਿੱਚ ਇਤਿਹਾਸ ਦੇ ਅਨੁਸਾਰ ਇਹ ਦੱਸਿਆ ਜਾ ਰਿਹਾ ਹੈ ਕਿ ਲਗਭਗ 2200 ਸਿੰਘ ਜੋ ਸਨ ਸਿਰ ਤੇ ਕਫਨ ਬਣ ਕੇ ਲਕੀਰ ਪਾਰ ਕਰਕੇ ਜਥੇਦਾਰ ਝੱਬਰ ਜੀ ਦੇ ਨਾਲ 200 ਸਿੰਘਾਂ ਦੇ 11 ਜਥੇ ਬਣਾ ਕੇ ਉਹਨਾਂ ਦੇ ਜੋ ਸੀ ਜਥੇਦਾਰ ਥਾਪ ਦਿੱਤੇ ਗਏ ਅਤੇ ਗੁਰਦੁਆਰਾ ਜੋ ਸੀ ਜਨਮ ਸਥਾਨ ਵੱਲ ਮਾਰਚ ਜੋ ਸੀ ਆਰੰਭ ਕਰ ਦਿੱਤਾ ਗਿਆ। ਜਦੋਂ ਸਰਦਾਰ ਮਹਿਤਾਬ ਸਿੰਘ ਉਸ ਸਮੇਂ ਪੰਜਾਬ ਦੇ ਸਰਕਾਰੀ ਵਕੀਲ ਸਨ, ਉਹ ਵੀ ਘੋੜੇ ਤੇ ਸਵਾਰ ਹੋ ਕੇ ਇਸ ਜਥੇ ਨੂੰ ਅੱਗੇ ਆ ਕੇ ਮਿਲੇ ਅਤੇ ਅੱਗੇ ਜਾਣ ਤੋਂ ਇਨਕਾਰ ਕੀਤਾ ਕਿ ਅੱਗੇ ਕਿਸੇ ਹਾਲਤ ਵਿੱਚ ਤੁਸੀਂ ਨਹੀਂ ਜਾ ਸਕਦੇ, ਅੱਗੇ ਮਸ਼ੀਨ ਗੰਨਾਂ ਜੋ ਹਨ ਉਹ ਬੀੜੀਆਂ ਹਨ। ਝੱਬਰ ਜੀ ਨੇ ਉੱਤਰ ਦਿੱਤਾ, ਹੁਣ ਪਿੱਛੇ ਮੁੜਨ ਦਾ ਸਮਾਂ ਨਹੀਂ, ਅੱਗੇ ਗੁਰਦੁਆਰੇ ਦਾ ਕਬਜ਼ਾ ਲੈਣਾ ਹੈ ਜਾਂ ਸਨਮੁਖ ਸ਼ਹੀਦ ਹੋ ਜਾਣਾ ਹੈ। ਸਰਦਾਰ ਮਹਿਤਾਬ ਸਿੰਘ ਜੀ ਉੱਥੋਂ ਵਾਪਸ ਚਲੇ ਗਏ। ਝੱਬਰ ਜੀ ਦੇ ਜਥੇ ਨੂੰ ਫੇਰ ਸੰਬੋਧਨ ਕੀਤਾ, ਖਾਲਸਾ ਜੀ ਹੁਣ ਅਸੀਂ ਗੋਲੀ ਦੀ ਮਾਰ ਦੇ ਨੇੜੇ ਪੁੱਜੇ ਹਾਂ, ਖਾਲਸੇ ਦਾ ਕੰਮ ਹੈ ਅਗਾਂਹ ਕੁਤਰਾਨ ਪਿੱਛੇ ਫੇਰਨਾ ਮੋਢੜਾ। ਜਿਸ ਵੇਲੇ ਗੋਲੀ ਚਲੇ ਤੁਸੀਂ ਸਭ ਨੇ ਪੂਰੇ ਜੋਸ਼ ਦੇ ਨਾਲ ਦੌੜ ਕੇ ਗੋਰਾ ਫੌਜ ਤੇ ਹੱਲਾ ਬੋਲਣਾ ਹੈ। ਗੋਲੀ ਖਾ ਕੇ ਜੋ ਡਿੱਗ ਪੈਣਗੇ ਉਹਨਾਂ ਨੂੰ ਪੇ ਰਹਿਣ ਦਿਓ, ਅੱਗੇ ਵੱਧਦੇ ਜਾਓ ਅਤੇ ਹੱਥੋਂ ਹੱਥੀ ਗੋਰਿਆਂ ਦੇ ਉੱਤੇ ਪੈ ਕੇ ਉਹਨਾਂ ਪਾਸੋਂ ਮਸ਼ੀਨ ਗੰਨਾਂ ਖੋਹ ਲਵੋ। ਅਸੀਂ ਅਰਦਾਸਾਂ ਸੋਧ ਕੇ ਤੁਰੇ ਹਾਂ ਕਿ ਗੁਰਦੁਆਰੇ ਉੱਤੇ ਕਬਜ਼ਾ ਕਰਾਂਗੇ ਜਾਂ ਸ਼ਹੀਦ ਹੋਵਾਂਗੇ। ਜਥੇ ਵਿੱਚੋਂ ਕਿਸੇ ਸਿੰਘ ਨੇ ਜੈਕਾਰਾ ਬੁਲਾਇਆ ਜੋ ਇਤਨੇ ਜ਼ੋਰਦਾਰ ਸੀ ਕਿ ਇੱਕ ਵਾਰ ਜੋ ਸੀ ਉਹ ਧਰਤੀ ਜੋ ਸੀ ਉਹ ਕੰਬਦੀ ਹੋਈ ਨਜ਼ਰ ਆਈ। ਗੁਰੂ ਪਿਆਰ ਵਾਲਿਓ, ਜਦ ਜਥਾ ਰੇਲਵੇ ਲਾਈਨ ਤੇ ਪੁੱਜਾ ਤਾਂ ਅੱਗੋਂ ਅੰਗਰੇਜ਼ ਅਫਸਰ ਮਿਲੇ ਜਿਨ੍ਹਾਂ ਵਿੱਚ ਕਮਿਸ਼ਨਰ, ਪੁਲਿਸ ਜਰਨੈਲ, ਫੌਜੀ ਜਰਨੈਲ, ਡੀਸੀ ਅਤੇ ਹੋਰ ਜੋ ਸਨ, ਜਿਨ੍ਹਾਂ ਦੇ ਨਾਲ ਸਰਦਾਰ ਮਹਿਤਾਬ ਸਿੰਘ, ਸਰਦਾਰ ਹਰਬੰਸ ਸਿੰਘ ਅਟਾਰੀ, ਭਾਈ ਜੋਧ ਸਿੰਘ, ਸਰਦਾਰ ਲਾਲ ਸਿੰਘ ਲਾਹੌਰ ਵਾਲੇ ਸਨ। ਡਿਪਟੀ ਕਮਿਸ਼ਨਰ ਕਰੀ ਨੇ ਸਿੰਘਾਂ ਨੂੰ ਅੱਗੇ ਵੱਧ ਕੇ ਝੱਬਰ ਜੀ ਨੂੰ ਇਹ ਗੱਲ ਕਹੀ ਕਿ ਜਥੇ ਨੂੰ ਰੋਕ ਲਿਆ ਜਾਵੇ, ਨਾਲ ਹੀ ਧਮਕੀ ਦਿੱਤੀ ਕਿ ਅੱਗੇ ਗੋਰਾ ਫੌਜ ਹੈ, ਅਗਰ ਤੁਸੀਂ ਅੱਗੇ ਜਾਓਗੇ ਤਾਂ ਗੋਲੀ ਚਲ ਜਾਵੇਗੀ। ਝੱਬਰ ਜੀ ਨੇ ਕਿਹਾ आप गोली चलाओ और मेरे जवानों के हाथ देखो। डीसी करी ने कहा आप कुछ इंतजार करो, गुरुद्वारे की चाबियां कल सवेरे मिलेंगी। ਝੱਬਰ ਸਾਹਿਬ ਜੀ ਨੇ ਕਿਹਾ ਕਿ ਚਾਬੀਆਂ ਹੁਣੇ ਹੀ ਲੈਣੀਆਂ ਹਨ ਅਤੇ ਗੁਰਦੁਆਰੇ ਤੋਂ ਗੋਰਾ ਫੌਜ ਵੀ ਹੁਣੇ ਹੀ ਹਟੇਗੀ। ਜਥੇ ਦੇ ਸਿੰਘਾਂ ਨੇ ਹਥਿਆਰ ਜੋ ਸਨ ਸੂਤ ਲਏ ਅਤੇ ਅੰਗਰੇਜ਼ਾਂ ਅਫਸਰਾਂ ਨੂੰ ਕਿਹਾ ਪਿੱਛੇ ਹਟ ਜਾਓ, ਨਹੀਂ ਤਾਂ ਨੁਕਸਾਨ ਦੇ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। ਫਿਰ ਡੀਸੀ ਕਰੀ ਨੇ 2 ਮਿੰਟ ਵਿੱਚ ਹੀ ਚਾਬੀਆਂ ਜੋ ਸਨ ਉਹ ਜਥੇਦਾਰ ਝੱਬਰ ਜੀ ਦੇ ਹਵਾਲੇ ਕਰ ਦਿੱਤੀਆਂ, ਉਹਨਾਂ ਦੇ ਹੱਥ ਫੜਾ ਦਿੱਤੀਆਂ ਅਤੇ ਫਿਰ ਸਿੰਘਾਂ ਦੀ ਕਮੇਟੀ ਬਣਾ ਕੇ ਗੁਰਦੁਆਰੇ ਦਾ ਕਬਜ਼ਾ ਜੋ ਸੀ ਉਹ ਸਿੰਘਾਂ ਨੂੰ ਦਿੱਤਾ ਗਿਆ, ਜਿਸ ਦਾ ਪ੍ਰਧਾਨ ਜੋ ਸਨ ਉਹ ਸਰਦਾਰ ਹਰਬੰਸ ਸਿੰਘ ਜੀ ਸਨ। ਫਿਰ ਸੰਗਤਾਂ ਜੋ ਸਨ ਉਸ ਪਾਵਨ ਸਥਾਨ ਦੇ ਉੱਤੇ ਪਹੁੰਚ ਗਈਆਂ। ਜੋ ਸੀ ਉੱਥੇ ਦਾ ਅੰਦਰ ਦਾ ਜੋ ਦ੍ਰਿਸ਼ ਸੀ ਉਹ ਦੇਖ ਕੇ ਹਰ ਸਿੱਖ ਜੋ ਸੀ ਉਹ ਪੁੱਬਾਂ ਮਾਰ ਕੇ ਰੋ ਰਿਹਾ ਸੀ ਕਿ ਭਾਈ ਇਤਨਾ ਜ਼ੁਲਮ ਜੋ ਸੀ ਉਹਨਾਂ ਸਿੰਘਾਂ ਦੇ ਨਾਲ ਕੀਤਾ ਗਿਆ। ਲੇਕਿਨ ਉਹਨਾਂ ਨੇ ਜੋ ਸ਼ਾਂਤਮਈ ਪ੍ਰਣ ਕੀਤਾ ਹੋਇਆ ਸੀ ਉਸ ਪ੍ਰਣ ਦੇ ਵਿੱਚ ਰਹਿ ਕੇ ਉਹਨਾਂ ਨੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਸੀ ਉਸ ਨੂੰ ਆਜ਼ਾਦ ਕਰਵਾਇਆ। ਉਹ ਗੁਰਦੁਆਰਾ ਜੋ ਸੀ ਉਹ ਪੰਥਕ ਪ੍ਰਬੰਧ ਦੇ ਅਧੀਨ ਆਇਆ ਤੇ ਗੁਰੂ ਪਿਆਰ ਵਾਲੇ ਉਹਨਾਂ ਸਿੰਘਾਂ ਦੇ ਫਿਰ ਜੋ ਸੰਸਕਾਰ ਕੀਤੇ ਗਏ। ਅੱਜ ਦਿਨ ਤੱਕ ਪੰਥ ਜੋ ਹੈ ਉਹਨਾਂ ਸਿੰਘਾਂ ਦਾ ਰਿਣੀ ਹੈ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਕਰਕੇ ਜੋ ਕੌਮ ਦੇ ਧਾਰਮਿਕ ਸਥਾਨ ਜੋ ਸਨ ਉਹ ਉਹਨਾਂ ਸ਼ਕਤੀਆਂ ਤੋਂ, ਭਾਵੇਂ ਉਹ ਰਾਜਸੀ ਸਨ, ਭਾਵੇਂ ਉਹ ਜੋ ਲੋਕੀ ਕੁਰੈਤੀਏ ਸਨ ਜਾਂ ਮਹੰਤ ਸਨ, ਉਹਨਾਂ ਤੋਂ ਆਜ਼ਾਦ ਕਰਵਾਇਆ। ਪਰ ਗੁਰੂ ਪਿਆਰ ਵਾਲਿਓ, ਜੇ ਕਦੇ ਇਸ ਇਤਿਹਾਸ ਨੂੰ ਅਸੀਂ ਅੱਜ ਦੇ ਸਮੇਂ ਦੇ ਨਾਲ ਜੋੜ ਕੇ ਦੇਖੀਏ, ਅਜੋਕੇ ਸਮੇਂ ਨਾਲ ਜੋੜ ਕੇ ਦੇਖੀਏ, ਬਿਲਕੁਲ ਉਹੀ ਗੱਲ ਹੈ। ਧਾਰਮਿਕ ਸੰਸਥਾਵਾਂ ਦੇ ਉੱਤੇ ਧਨਾਢ ਲੋਕਾਂ ਦਾ ਕਬਜ਼ਾ ਹੈ ਅਤੇ ਰਾਜਸੀ ਤੌਰ ਦੇ ਉੱਤੇ ਜਿੰਨੇ ਵੀ ਸਿੱਖ ਆਗੂ ਕਹਾਉਣ ਵਾਲੇ ਨੇ ਮਾਨਸਿਕ ਤੌਰ ਦੇ ਉੱਤੇ ਗੁਲਾਮ ਨੇ, ਉਹ ਸਮੇਂ ਦੀਆਂ ਹਕੂਮਤਾਂ ਦੇ ਹੱਥ ਟੋਕੇ ਨੇ, ਪਿੱਠੂ ਬਣੇ ਹੋਏ ਨੇ। ਤੇ ਜਿਹਦਾ ਕਾਰਨ ਇਹ ਹੈ ਕਿ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਉਹ ਰਾਜਨੀਤਿਕ ਬਿਰਤੀ ਦੇ ਲੋਕੀ ਪੂਰਨ ਤੌਰ ਦੇ ਉੱਤੇ ਕਬਜ਼ਾ ਕਰਕੇ ਬੈਠੇ ਨੇ, ਜਿਨ੍ਹਾਂ ਨੂੰ ਗੁਰੂ ਘਰ ਦੇ ਸਿਧਾਂਤਾਂ ਦੀ, ਰਹਿਤ ਮਰਿਆਦਾ ਦੀ, ਪੰਥ ਦੇ ਭਲੇ ਦੀ, ਨੌਜਵਾਨ ਪੀੜ੍ਹੀ ਦੀ, ਜੋ ਪਿਛਲੇ ਸੰਘਰਸ਼ ਦੇ ਅੰਦਰ ਸ਼ਹਾਦਤਾਂ ਹੋਈਆਂ, ਜੋ ਕੁਰਬਾਨੀ ਵਾਲੇ ਨੇ, ਜੇਲ੍ਹਾਂ ਵਿੱਚ ਬੰਦ ਨੇ, ਬੰਦੀ ਸਿੰਘ ਨੇ, ਜਾਂ ਜੋ ਵੀ ਪੰਥਕ ਮਸਲੇ ਨੇ, ਕਿਸੇ ਵਾਲੇ ਪਾਸੇ ਉਹਨਾਂ ਦਾ ਧਿਆਨ ਨਹੀਂ। ਉਹ ਕੇਵਲ ਤੇ ਕੇਵਲ ਜੋ ਸੰਤਾਂ ਤੇ ਸਾਧਾਂ ਦਾ ਟੋਲਾ ਹੈ ਉਹਨਾਂ ਦੀ ਪੁਸ਼ਤ ਬਣਾਈ ਕਰਦੇ, ਜਾਂ ਉਹਨਾਂ ਦੇ ਨਾਲ ਜੁੜੇ ਹੋਏ ਨੇ, ਜਾਂ ਸਰਕਾਰਾਂ ਦੇ ਹੱਥ ਠੋਕੇ ਬਣੇ ਨੇ। ਤੇ ਫਿਰ ਅੱਜ ਇੱਕ ਲੋੜ ਹੈ ਕਿ ਇਸੇ ਤਰੀਕੇ ਦੀ ਇੱਕ ਲਹਿਰ ਫੇਰ ਤੋਂ ਤਿਆਰ ਕਰਕੇ ਜੋ ਗੁਰਧਾਮਾਂ ਦੇ ਜੋ ਪ੍ਰਬੰਧ ਨੇ ਉਹ ਸਿੱਖ ਸੰਗਤਾਂ ਦੇ ਹੱਥ ਵਿੱਚ ਹੋਣ। ਨਹੀਂ ਤਾਂ ਅੱਜ ਅਸੀਂ ਦੇਖ ਰਹੇ ਹਾਂ ਇਹ ਗੱਲ ਮੰਨੀ ਜਾ ਰਹੀ ਹੈ, ਜੋ ਵੀ ਪੰਥਕ ਮਸਲਾ ਹੈ
ਚਾਹੇ ਉਹ ਕੈਲੰਡਰ ਦਾ ਮਸਲਾ ਹੈ, ਕੋਈ ਵੀ ਮਸਲਾ ਉੱਠਦਾ ਹੈ, ਇਹ ਗੱਲ ਕਹੀ ਜਾਂਦੀ ਹੈ ਕਿ ਸਾਡੇ ਜੋ ਸੰਤ ਸਾਧ ਨੇ ਉਹ ਨਹੀਂ ਮੰਨਦੇ। ਭਾਈ ਦੱਸੋ ਇਹ ਸੰਤ ਸਾਧ ਆਏ ਕਿੱਥੋਂ ਨੇ? ਭਾਈ ਇਹਨਾਂ ਦੇ ਨਾਲ ਸੰਗਤ ਜੁੜੀ ਹੈ, ਤੁਸੀਂ ਦੱਸੋ ਤਾਂ ਸਹੀ ਕਿ ਇਹ ਸੰਗਤ पंथ का जो विरासत सी ये उन्हां तक पहुंची कौन? सवाल ये नहीं कि उसने डसा क्यों, सवाल ये है कि आस्तीन में सांप पाला ही क्यों। तुहाडी रहबरी दे उत्ते शक है कि तुहाडी रहबरी दे अंदर कौम जो है उसकी ये हालत हुई है कि ना तुसी नौजवानों नूं उन्हां नूं कुर्बानी करने वालियां नूं जेलां चों बचा सके, ना नशियां तो बचा सके, ना सिੱਖੀ सिद्धांतां नूं बचा सके, ना मर्यादा नूं बचा सके। गुरुद्वारियां दे प्रबंध जो ने वो राजसी ताकतां दे हत्थां विच ने अते पंथ दुश्मन पंथ मारू जो नीतियां करन वाले ने उन्हां दे अधीन ने। एक बार फिर लोड़ है कि कौम उठे, कौम जागृत होवे, उन्हां महान शहीदां दे दर्शाए हुए मार्ग नूं पकड़ के फिर तो एक हमला मार के गुरुद्वारा जो प्रबंध ने उन्हां नूं चंगे सुरिद अते सुचेत पंथक जो लोकी ने उन्होंने हथ विच दिता जाए जो पंथ के भले के बारे सोच लवन। ये किसी विद्वान ने बड़ा सुंदर करके सुनाया दिता है। गुरधामा नूं महंतां पासों तू सिंगा सी मुक्त कराया, सीस तली ते रख के लड़ियो, मुगलों नूं सी सिबक सिखाया, इंजनां दे नाल टक्कर लैके अटक जिहां नूं तू अटकाया, आए नरेरू भेस वटा के तू सबना नूं सौदा लाया, तू इतिहास ते पन्ने खून जिगर दा चोके दसिया, तेरी सच दी पुणिया अगे अटक सकी ना जाबर मसिया। फिर अगे लिखदा है तेरी सिखी दी नींह दे अंदर पिता तेरे ने पुत्र वारे, मिज खून दा गारा पाके हड्डियां दे विच सरिये लाए, इस दी छत लई मती दास ने, इस दी छत लई मती दास ने आरे सी ते ले चलाए, इट्टां दी थां बंद बंद उत्ते मैल इस दे गे उसराए, गुरु दे दर दी अजमत खातर गुरु अस्थान ने तवियां तकियां देगां अंदर पाके शरदा कोई होनियां काढ़ ना सकियां, कई होनियां काढ़ ना सकियां। ते अंतला बंद है उस विद्वान का, कहंदा खून पिजे इतिहास दे पन्ने, कीरन सिंगा भेट चढ़ावा, गुरधामां ते जो है हुंदा, 10 कीकण ओ हाल सुनावा, गुरधामां दी गोलक उत्ते चौधर भुखे नाग दिखावा, पीन शराबा भंगी चरसी आ तेरे प्रधान दिखावा, पान सपारी खावन वाले रोम कटे दरबान बने ने, सच कहां तां भांबड़ मचदा है, कुफर दे हर थां तान तने ने, कुफर दे हर थां तान तने ने, पान सपारी खावन वाले रोम कटे दरबान बने ने, सच कहां तां भांबड़ मचदा है, कुफर दे हर थां तान तने ने। आओ गुरु प्यारे वालियो, किसी विद्वान दियां ये जो अखर ने, ये जो कुछ सतरां ने, ये सानू टुंब के गल कहंदियां ने कि गुरसिखो अज फिर लोड़ जे उन्हां शहीदां नू याद करके उन्हां दे मार्ग तो सेध लैके अपने गुरधामां नू आजाद कराओ। ये तां ही हो सकदा है जे किते साडे अंदर लक्ष्मण सिंह धारोवाल, करतार सिंह झब्बर अते होर जो उस वेले दे प्रमुख गुरमुख प्यारे अते गुरु के सिंह सिंघणियां जिन्हां ने अपना योगदान उन्हां धार्मिक स्थानां नू आजाद कराउण वास्ते पाया है, उन्हां वर्गी बिरती, उन्हां वर्गी सोच, उन्हां वर्गी शरदा, उन्हां वर्गा प्यार साडे जीवन का हिस्सा बन जाए। बोलदियां जरूर वध घट लफज निकले होणगे, साध संगत बख्शण योग्य हादसा क्षमा करोगे। इतिहास बहुत लंबेरा है, शायद मैं इंसाफ उन्हां शहीदां दे नाल, शायद मैं उस साके दे नाल ना कर सकिया होवां, इस करके मैनूं जरूर क्षमा करोगे। होई वध घट लई क्षमा। वाहिगुरू जी का खालसा, वाहिगुरू जी की फतेह।